आप लिहो तुम कथा सुधारी। हम न सकत कर सिफत तुम्हारी। आप लिहो तुम कथा सुधारी। सतनाम श्री वाहिगुरु जी। ਧਰਮ ਧੀਰ ਗੁਰਮਤਿ ਗੰਭੀਰ ਪਰ ਦੁਖ ਵਿਸਾਰਣ। ਸ਼ਬਦ ਸਾਰ ਹਰ ਸਮ ਉਦਾਰ ਅਹਮੇਵ ਨਿਵਾਰਣ। ਧਰਮ ਧੀਰ ਗੁਰਮਤਿ ਗੰਭੀਰ ਪਰ ਦੁਖ ਵਿਸਾਰਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਚਲਾਈ ਹੋਈ ਦਮਦਮੀ ਟਕਸਾਲ ਦੇ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਸਾਹਿਬ ਜੀ ਖਾਲਸਾ ਪਿੰਡਰਾਂ ਵਾਲੇ ਤਿੰਨਾਂ ਮਹਾਂਪੁਰਖਾਂ ਦੇ ਯਾਦਗਾਰੀ ਅਸਥਾਨ ਗੁਰਦੁਆਰਾ ਅਕਾਲ ਦਰਬਾਰ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਸੱਦਰਵਾਲਾ ਵਿਖੇ ਸਤਿਗੁਰੂ ਗਰੀਬ ਨਵਾਜ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਨਾਲ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ 5 ਗੁਰਬਾਣੀਆਂ ਦੇ ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਹੋਰ ਬੇਅੰਤ ਬਾਣੀ ਦੇ ਪਾਠ ਹੋਏ। ਅੰਮ੍ਰਿਤ ਬਾਣੀ ਦਾ ਪਾਵਨ ਕੀਰਤਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪਾਂ ਦੀ ਪ੍ਰਕਾਸ਼ਮਾਨ ਦੀ ਸੇਵਾ। ਸਾਰੀਆਂ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਅੰਮ੍ਰਿਤ ਬਾਣੀ ਨੂੰ ਗਾ ਸੁਣ ਕਰਕੇ ਭਾਰੀ ਲਾਹਾ ਪ੍ਰਾਪਤ ਕੀਤਾ ਹੈ। ਆਓ ਹੁਣ ਗੁਰੂ ਪਿਆਰਿਓ ਸੁਰ ਕੀ ਬਾਣੀ ਦੀ ਅੰਮ੍ਰਿਤ ਕਥਾ ਨੂੰ ਸੁਣ ਕਰਕੇ ਹੋਰ ਵੀ ਲਾਹਾ ਖਟੀਏ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਜਸ ਰੂਪ ਇਹ 52 ਦੀ ਕਥਾ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਸਰਵਣ ਕੀਤੀ ਹੈ। 652 ਦੀ ਕਥਾ ਪਿੱਛੇ ਹੋ ਚੁੱਕੀ ਹੈ। ਅੱਜ 7ਵੇਂ ਸਵਈਏ ਤੋਂ ਕਥਾ ਪ੍ਰਾਰੰਭ ਹੈ। ਜਿਵੇਂ ਕਿਰਪਾ ਕਰਕੇ ਸਤਿਗੁਰੂ ਜੀ ਭੱਟ ਰਸਨਾ ਤੋਂ ਇਹ ਪਾਵਨ ਬਾਣੀ ਉਚਾਰ ਰਹੇ ਹਨ। ਆਓ ਸਰਵਣ ਕਰੀਏ। ਧਰਮ ਧੀਰ ਗੁਰਮਤਿ ਗੰਭੀਰ ਪਰ ਦੁਖ ਵਿਸਾਰਣ। ਭੱਟ ਕੱਲ ਜੀ ਫਰਮਾਉਂਦੇ ਹਨ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਓ, ਆਪ ਜੀ ਧਰਮ ਨੂੰ ਵੀ ਧੀਰਜ ਬਖਸ਼ਣ ਵਾਲੇ ਹੋ ਔਰ ਗੁਰਮਤਿ ਦੁਆਰਾ ਆਪ ਜੀ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਆਪ ਜੀ ਇੰਨੇ ਗੰਭੀਰ ਹੋ ਸੋ ਧਰਤੀ ਵੀ ਆਪ ਜੀ ਦੀ ਸੋ ਧਰਤੀ ਦਾ ਦ੍ਰਿਸ਼ਟਾਂਤ ਵੀ ਪਿੱਛੇ ਰਹਿ ਜਾਂਦਾ ਹੈ। ਆਪ ਜੀ ਬੜੇ ਗੰਭੀਰਤਾ ਵਾਲੇ ਹੋ ਪਰ ਦੁੱਖ ਵਿਸਾਰਣ ਔਰ ਪਰਾਇਆਂ ਦੇ ਦੁੱਖਾਂ ਨੂੰ ਨਿਵਰਤ ਕਰਨ ਵਾਲੇ ਹੋ। ਪਰ ਵਿਸ਼ੇਸ਼ ਕਰਕੇ ਜੋ ਆਪ ਜੀ ਦੀ ਸ਼ਰਣੀ ਪੈਂਦੇ ਉਹਨਾਂ ਦੇ ਦੁੱਖਾਂ ਨੂੰ ਵਿਸ਼ੇਸ਼ ਕਰਕੇ ਆਪ ਜੀ ਕੱਟ ਦੇਣ ਵਾਲੇ ਹੋ।
ਭਾਈ ਕਲਿਆਣਾ ਜੀ ਮੰਡੀ ਵਿੱਚ ਗਏ, ਸਕੇਤ ਮੰਡੀ ਪਹਾੜਾਂ ਦੇ ਵਿੱਚ। ਰਾਜੇ ਨੇ ਜਦੋਂ ਦੁੱਖ ਦੇਣਾ ਚਾਹਿਆ ਤੇ ਸਤਿਗੁਰੂ ਜੀ ਨੇ ਉਸੇ ਵੇਲੇ ਸਹਾਇਤਾ ਕੀਤੀ। ਰਾਜਾ ਮੂਰਛਾ ਹੋ ਕੇ ਗਿਰ ਗਿਆ। ਇਸੇ ਤਰ੍ਹਾਂ ਗੁਰੂ ਪਿਆਰਿਓ, ਉਹ ਰਾਜਾ ਜਿਸ ਵੇਲੇ ਸਤਿਗੁਰਾਂ ਦੇ ਹਜ਼ੂਰ ਆਇਆ, ਅੰਮ੍ਰਿਤ ਬਾਣੀ ਨੂੰ ਸਤਿਗੁਰੂ ਜੀ ਪੜ੍ਹ ਰਹੇ ਸੀ, ਨਿਤਨੇਮ ਕਰ ਰਹੇ ਸੀ। ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਮਨ ਵਿੱਚ ਸ਼ੰਕਾ ਕਰਨ ਤੋਂ ਸਤਿਗੁਰੂ ਜੀ ਨੇ ਉਹਦੇ ਸ਼ੰਕੇ ਦੀ ਨਿਵਰਤੀ ਕੀਤੀ, ਔਰ ਜਿਹੜੇ ਜਨਮ ਨੇ ਭੋਗਣੇ ਸਨ ਸੁਪਨੇ ਦੇ ਵਿੱਚ ਉਹ ਭੁਗਤਾ ਦਿੱਤੇ। ਇਸ ਤਰ੍ਹਾਂ ਸਤਿਗੁਰੂ ਆਪ ਜੀ ਧਰਮ ਦੇ ਵਿਸ਼ੇ ਵਿੱਚ ਧੀਰਜਵਾਨ ਹੋ, ਗੁਰਮਤਿ ਦੇ ਆਪ ਜੀ ਗੰਭੀਰ ਡੂੰਘੇ ਜਾਣਕਾਰ ਹੋ। ਇਸ ਕਰਕੇ ਆਪ ਜੀ ਪਰਾਇਆਂ ਦੂਜਿਆਂ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ ਹੋ। ਸ਼ਬਦ ਸਾਰ ਹਰ ਸਮ ਉਦਾਰ, ਅਹਮੇਵ ਨਿਵਾਰਣ। ਆਪ ਜੀ ਦਾ ਜੋ ਸ੍ਰੇਸ਼ਟ ਸ਼ਬਦ ਉਪਦੇਸ਼ ਹੈ, ਹਰ ਸਮ ਉਦਾਰ। ਧੰਨ ਗਰੀਬ ਨਿਵਾਸ ਜੀ, ਇਹ ਸਾਰ ਜੋ ਹੈ ਨਾ, ਸਾਰਿਆਂ ਦੇ ਸਿਧਾਂਤ ਰੂਪ ਪਰਮੇਸ਼ਰ, ਸਾਰੇ ਧਾਰਮਿਕ ਗ੍ਰੰਥਾਂ ਦਾ ਸਿਧਾਂਤ ਰੂਪ ਪਰਮੇਸ਼ਰ ਜੋ ਹੈ, ਉਹਦੀ ਪ੍ਰਾਪਤੀ ਕਰਾਉਣ ਵਾਲਾ। ਹਰ ਸਮ ਉਦਾਰ, ਔਰ ਆਪ ਜੀ ਹਰੀ ਵਾਂਗ ਹੀ ਉਦਾਰ ਹੋ, ਸ੍ਰੇਸ਼ਟ ਹੋ। ਜਿਵੇਂ ਪਰਮੇਸ਼ਰ ਦਾ ਸੁਭਾਅ ਹੈ ਨਾ, ਪਲ ਹੈ ਅਕਿਰਤ ਕਾ ਨਾ, ਪੂਰਨ ਦ੍ਰਿਸ਼ਟ ਤੇਰੀ ਰਾਮ। ਇਸੇ ਹੀ ਤਰ੍ਹਾਂ ਆਪ ਜੀ ਅਕਿਰਤ ਕਣਾ ਨੂੰ ਵੀ ਸ਼ਰਨ ਆਇਆਂ ਨੂੰ ਪਾਲਣ ਵਾਲੇ ਹੋ। ਔਰ ਫਿਰ ਅਹੰਵੇਵ ਨਿਵਾਰਣ, ਅਹੰਵੇਵ ਅਹੰਕਾਰ ਨੂੰ ਨਿਵਾਰਨ ਨਿਵਰਤ ਕਰ ਦਿੰਦੇ ਹੋ। ਅਹੰਕਾਰ ਤੇ ਏਵ ਨਿਸ਼ਚੈ ਕਰਕੇ, ਨਿਸ਼ਚੈ ਕਰਕੇ ਅਹੰਕਾਰ ਦੀ ਨਿਵਰਤੀ ਕਰਨ ਵਾਲੇ ਹੋ। ਮਹਾਦਾਨ ਸਤਿਗੁਰ ਗਿਆਨ, ਮਨ ਚਾਉ ਨਾ ਹੁਟੈ। ਸੋ ਮਹਾਦਾਨ, ਆਪ ਜੀ ਮਹਾਦਾਨੀ ਹੋ। ਸਤ ਜੋ ਤ੍ਰਈ ਕਾਲ ਅਬਾਦੁੰ ਸਤੁੰ, ਗੁਰ ਜੋ ਚੇਤਨ ਸਰੂਪ ਹੈ, ਤੇ ਇਸ ਬ੍ਰਹਮ ਦਾ ਗਿਆਨ ਬਖਸ਼ਣ ਵਾਲੇ ਹੋ। ਮਨ ਚਾਉ ਨਾ ਹੁਟੈ। ਇਸ ਤਰ੍ਹਾਂ ਆਪ ਜੀ ਬ੍ਰਹਮ ਗਿਆਨ ਦੇ ਮਹਾਦਾਨੀ ਦਾਤੇ ਹੋ, ਤੇ ਪਰਮੇਸ਼ਰ ਦਾ ਨਾਮ ਸਿਮਰਨ ਕਰਨ ਤੋਂ ਚਿੱਤ ਵਿੱਚ ਆਪ ਜੀ ਦੇ ਇਹ ਚਾਅ ਨਹੀਂ ਹਟਦਾ। ਭਾਵ ਵਾਹਿਗੁਰੂ ਦਾ ਨਾਮ ਸਿਮਰਨ ਦਾ ਚਿੱਤ ਵਿੱਚ ਸਦਾ ਆਪ ਜੀ ਦੇ ਚਾਅ ਰਹਿੰਦਾ ਹੈ। ਆਪ ਜੀ ਸਤਿਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਅਥਵਾ ਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਰਾਮਦਾਸ ਜੀ ਦੇ ਉਪਦੇਸ਼ ਵਿੱਚ ਜੋ ਆਪ ਜੀ ਨੂੰ ਬਖਸ਼ਿਸ਼ ਕੀਤਾ ਨਾ, ਉਹ ਆਪ ਜੀ ਵੰਡਣ ਵਿੱਚ ਮਹਾਦਾਨੀ ਹੋਣ। ਸਤਿਗੁਰੂ ਦਾ ਪੂਰਨ ਸਤਿਗੁਰੂ ਦਾ ਗਿਆਨ ਦੇਣ ਵਾਲੇ ਆਪ ਜੀ ਮਹਾਂ ਗਿਆਨੀ ਹੋ। ਮਨ ਚਾਉ ਨਾ ਹੁਟੈ। ਜਿਨ੍ਹਾਂ ਨੂੰ ਆਪ ਜੀ ਇਹ ਉਪਦੇਸ਼ ਬਖਸ਼ਿਸ਼ ਕਰਦੇ ਹੋ, ਉਹਨਾਂ ਸਿੱਖਾਂ ਦੇ ਮਨ ਵਿੱਚੋਂ ਪਰਮੇਸ਼ਰ ਦੇ ਨਾਮ ਸਿਮਰਨ ਦਾ ਚਾਅ ਨਹੀਂ ਹਟਦਾ।
ਦੂਣਾ ਚੌਣਾ ਚੌਗਣਾ ਚਾ ਵੱਧਦਾ ਹੈ। ਸਤਿਵੰਤ ਹਰ ਨਾਮ ਮੰਤਰ ਨਵ ਨਿਧ ਨਾਨ ਖੁੱਟੈ। ਸਤਵੰਤ ਸਤ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਇਹ ਆਪ ਜੀ ਦਾ ਹਰੀ ਮੰਤਰ ਹੈ। ਵਾਹਿਗੁਰੂ ਨਾਮ ਦਾ ਮੰਤਰ ਹੈ। ਨੌ ਨਿਧੀਆਂ ਦਾ ਖਜ਼ਾਨਾ ਹੈ ਔਰ ਨਾਨਕ ਖੁੱਟਾ ਇਹ ਖੁੱਟਣ ਤੋਂ ਰਹਿਤ ਹੈ। ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਜਿਨਾ ਮਰਜੀ ਆਪ ਖਰਚ ਜਪਣ ਰੂਪ ਖਰਚਣਾ ਤੇ ਆਪ ਜਪਣ ਰੂਪ ਖਾਣਾ ਤੇ ਹੋਰਨਾਂ ਨੂੰ ਜਪਾਉਣ ਰੂਪੇ ਖਰਚਣਾ ਮੁੱਕਦਾ ਨਹੀਂ। ਇਹੋ ਜਿਹਾ ਆਪ ਜੀ ਦਾ ਨਾਮ ਮੰਤਰ ਸ੍ਰੇਸ਼ਟ ਹੈ। ਗੁਰ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੋਆ ਤਾਣਿਓ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਪੁੱਤਰ ਧੰਨ ਨਾਮ ਸਪੁੱਤਰ ਦਾ ਸਤਿਗੁਰੂ ਅਰਜਨ ਦੇਵ ਮਹਾਰਾਜ ਜੀਓ ਆਪ ਜੀ ਸਰਬ ਸਰੂਪ ਵਾਹਿਗੁਰੂ ਦਾ ਰੂਪ ਅਰਫ ਅਥਵਾ ਸਰਬ ਵਿਆਪੀ ਹੋ ਔਰ ਆਪ ਜੀ ਨੇ ਸਹਿਜ ਰੂਪੀ ਸ਼ਾਂਤੀ ਰੂਪੀ ਅਥਵਾ ਸੁਤੇ ਸਿੱਧ ਜਸ ਰੂਪੀ ਆਪ ਜੀ ਨੇ ਚੰਦੋਆ ਤਾਰਣਾ ਕੀਤਾ ਹੈ। ਗੁਰ ਅਰਜਨ ਕਲ ਉਚਰੈ ਤੈ ਰਾਜ ਜੋਗ ਰਸ ਜਾਣਿਓ। ਕੱਲ ਭੱਟ ਜੀ ਉਚਾਰਨ ਕਰਦੇ ਹਨ, ਹੇ ਸਤਿਗੁਰੂ ਅਰਜਨ ਦੇਵ ਮਹਾਰਾਜ ਆਪ ਜੀ ਨੇ ਰਾਜ ਵਿੱਚ ਰਹਿੰਦਿਆਂ ਹੀ ਜੁੜਨਾ ਕਿਵੇਂ ਆ ਔਰ ਪਰਮੇਸ਼ਰ ਦਾ ਬ੍ਰਹਮਾ ਰਸ ਆਨੰਦ ਪ੍ਰਾਪਤ ਕਰਨ ਦਾ ਇਹ ਆਪ ਜੀ ਨੇ ਜਾਣਨਾ ਕੀਤਾ, ਗੁਰਸਿੱਖਾਂ ਨੂੰ ਜਣਾਉਣਾ ਕੀਤਾ ਹੈ। ਭੈ ਨਿਰਭਉ ਮਾਣਿਓ ਲੱਖ ਮਹਿ ਲੱਖ ਲਖਾਇਓ। ਇਹ ਸੰਸਾਰ ਇਹ ਸੰਸਿਆਂ ਦਾ ਘਰ ਹੈ ਨਾ। ਇਹੋ ਸੰਸਾਰ ਹੈ ਜੰਮਣ ਮਰਨ ਵਿੱਚ ਦੁੱਖ ਸਵਾਇਆ। ਸੋ ਇਹ ਭਵਜਲ ਜੋ ਸੰਸਾਰ ਇਸ ਡਰ ਦਾ ਹੀ ਘਰ ਹੈ, ਡਰ ਰੂਪ ਹੀ ਹੈ। ਇਹਦੇ ਵਿੱਚ ਨਿਰਭਉ ਭੈ ਨਿਰਭਉ ਮਾਣਿਓ ਡਰ ਦੇ ਵਿੱਚ ਇਹ ਸੰਸਾਰ ਵਿੱਚ ਰਹਿੰਦਿਆਂ ਡਰ ਤੋਂ ਰਹਿਤ ਸੱਚ ਸਰੂਪ ਦਾ ਆਨੰਦ ਮਾਣਨਾ ਕੀਤਾ। ਲੱਖ ਮਹਿ ਲੱਖ ਲਖਾਇਓ। ਔਰ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਨੇ ਅਲੱਖ ਜੋ ਸਰੂਪ ਹੈ ਨਾ ਪਰਮੇਸ਼ਰ ਦਾ, ਉਹਨੂੰ ਲੱਖਾਂ ਜੀਵਾਂ ਵਿੱਚ ਸਾਰਿਆਂ 'ਚ ਜੋ ਰਵਿਆ ਹੈ ਔਰ ਅਸ਼ੁੱਧ ਬੁੱਧੀ ਦੁਆਰਾ ਜੋ ਲਿਖਿਆ ਨਹੀਂ ਜਾ ਸਕਦਾ ਉਹਨੂੰ ਲਿਖਾਇਓ। ਸਾਰੇ ਗੁਰਸਿੱਖਾਂ ਨੂੰ ਜੋ ਆਪ ਜੀ ਦੀ ਸ਼ਰਨ ਪਏ ਸਾਰਿਆਂ ਨੂੰ ਉਹ ਜਣਾ ਦਿੱਤਾ ਹੈ। ਆਗਮ ਅਗੋਚਰ ਗਤ ਗੰਭੀਰ ਸਤਿਗੁਰ ਪਰਚਾਇਓ। ਆਗਮ ਮਾਰਨ ਦੀ ਗਮਤਾ ਤੋਂ ਰਹਿਤ ਅਗੋਚਰ ਇੰਦਰੀਆਂ ਦੇ ਅਵਿਸ਼ੇ ਜੋ ਗੰਭੀਰ ਗਤੀ ਵਾਲਾ ਪਰਮੇਸ਼ਰ ਹੈ ਨਾ ਉਹਦੇ ਵਿੱਚ ਸਤਿਗੁਰੂ ਪਰਚਾ ਸਤਿਗੁਰੂ ਜੀ ਦੇ ਸ਼ਬਦ ਦੇ ਪਰਚੇ ਨਾਲ ਇਹ ਮਨ ਪਰਚ ਗਿਆ। ਗੁਰ ਪਰਚੈ ਪਰਵਾਣ ਰਾਜ ਮਹਿ ਜੋਗ ਕਮਾਇਓ। ਅਥਵਾ ਹੈ ਸਤਿਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੇ ਆਪ ਜੀ ਦੇ ਪ੍ਰੇਮ ਨੂੰ ਵੀ ਰੂਪੀ ਪਰਚੇ ਵਿੱਚ ਪਰਚਾਇਆ ਨਾ, ਉਹਨਾਂ ਨੂੰ ਆਪ ਜੀ ਨੇ ਆਗਮ ਅਗੋਚਰ ਤੇ ਗੰਭੀਰਤਾ ਵਾਲੇ ਪਰਮੇਸ਼ਰ ਦੀ ਪ੍ਰਾਪਤੀ ਕਰਵਾ ਦਿੱਤੀ ਹੈ। ਗੁਰ ਪਰਚੈ ਪਰਵਾਣ ਰਾਜ ਮਹਿ ਜੋਗ ਕਮਾਇਓ। ਗੁਰ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਪਰਚੇ ਵਿੱਚ ਪ੍ਰੇਮ ਦੇ ਪਰਚੇ ਵਿੱਚ
ਪ੍ਰਵਾਨ ਹੋਏ ਆਪ ਜੀ। ਔਰ ਧੰਨ ਗਰੀਬ ਨਿਵਾਜ ਜੀਓ, ਰਾਜ ਵਿੱਚ ਰਹਿੰਦਿਆਂ ਹੋਇਆਂ ਰਾਜ ਕੀ ਹੈ, ਗੁਰਗੱਦੀ ਦੇ ਸਿੰਘਾਸਣ 'ਤੇ ਬੈਠ ਕੇ ਜੋ ਸਿੱਖਾਂ ਦਾ ਉਧਾਰ ਕਰਨਾ, ਸਾਰਿਆਂ ਦੀਆਂ ਸਤਿਗੁਰੂ ਜੀ ਭਾਵਨਾ ਪੂਰੀਆਂ ਕਰਨੀਆਂ, ਇਹਦੇ ਵਿੱਚ ਰਹਿੰਦਿਆਂ ਹੋਇਆਂ ਆਪ ਜੀ ਨੇ ਯੋਗ ਕਮਾਉਣਾ ਕੀਤਾ ਹੈ। ਧੰਨ ਧੰਨ ਗੁਰ ਧੰਨ, ਅਪਰ ਸਰ ਸੁਭਰ ਪਰਾਇਓ। ਸੋ ਆਪ ਜੀ ਨੇ ਰਾਜ ਪ੍ਰਕਾਸ਼ ਰੂਪ ਪਰਮੇਸ਼ਰ ਦੇ ਵਿੱਚ ਜੁੜਨ ਨੂੰ, ਰੂਪ ਜੋਗ ਨੂੰ ਕਮਾਉਣਾ ਕੀਤਾ। ਔਰ ਘਰ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਇਸ ਪ੍ਰਕਾਰ ਆਪ ਜੀ ਸੋ ਇਹ ਯੋਗ ਨੂੰ ਕਮਾਉਣਾ ਕੀਤਾ। ਧੰਨ ਧੰਨ ਗੁਰ ਧੰਨ, ਧੰਨ ਹਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ, ਧੰਨ ਹਨ ਸਤਿਗੁਰੂ ਅੰਗਦ ਦੇਵ ਮਹਾਰਾਜ, ਧੰਨ ਸਤਿਗੁਰੂ ਅਮਰਦਾਸ ਮਹਾਰਾਜ, ਧੰਨ ਸਤਿਗੁਰੂ ਰਾਮਦਾਸ ਮਹਾਰਾਜ। ਅਪਾਰ ਸਰ ਸੁਭਰ ਭਰਾਇਓ, ਜਿਨ੍ਹਾਂ ਨੇ ਗੁਰਸਿੱਖਾਂ ਦੇ ਜਿਹੜੇ ਹਿਰਦੇ ਅਪਾਰ ਭਰਨ ਤੋਂ ਰਹਿਤ ਸਨ, ਭਾਵ ਖਾਲੀ ਰਹੇ ਸਨ, ਇਹਨਾਂ ਨੂੰ ਸੁਭਰ ਲਵਾਲਵ ਬ੍ਰਹਮਾਨੰਦ ਨਾਲ, ਗਿਆਨ ਅੰਮ੍ਰਿਤ ਦੇ ਨਾਲ ਭਰ ਦਿੱਤਾ। ਗੁਰਗਮ ਪਰਮਾਨ ਅਜਰ ਜਰਿਓ, ਸਰ ਸੰਤੋਖ ਸਮਾਇਓ। ਗਿਆਨ ਦੀ ਗਮਤਾ ਵਾਲੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਮਾਣ ਆਪ ਜੀ ਸਦਰਸ਼ ਹੋ, ਜਿਨ੍ਹਾਂ ਨੇ ਸੋ ਅਜਰ ਜਰਿਓ, ਇਹ ਅਜਰ ਸ਼ਕਤੀ ਆ ਨਾ, ਇਹ ਨਾਮ ਦੀ ਅਜਰ ਸ਼ਕਤੀ, ਰਿੱਧੀਆਂ ਸਿੱਧੀਆਂ ਇਹਨਾਂ ਨੂੰ ਜਰਿਆ, ਸਰ ਸੰਤੋਖ ਸਮਾਇਓ। ਔਰ ਸੰਤੋਖ ਦੇ ਸਰੋਵਰ ਵਿੱਚ ਸਮਾਏ ਰਹੇ ਹਨ। ਸੰਤੋਖ ਦਾ ਸਰੋਵਰ ਬ੍ਰਹਮ, ਉਹਦਾ ਹੀ ਰੂਪ ਸਤਿਗੁਰੂ ਜੀ ਹਨ, ਕੋਈ ਫਰਕ ਨਹੀਂ। ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪ੍ਰਵਾਨ। ਗੁਰ ਅਰਜਨ ਕਲ ਉਚਰੈ, ਤੈ ਸਹਿਜ ਜੋਗ ਨਿਜ ਪਾਇਓ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀਓ ਪਟਕਲ ਜੀ ਉਚਾਰਨ ਕਰਦੇ ਹਨ, ਤੈ ਸਹਿਜ ਜੋਗ ਨਿਜ ਪਾਇਓ। ਆਪ ਜੀ ਨੇ ਸਹਿਜ ਯੋਗ ਨੂੰ ਪ੍ਰਾਪਤ ਕੀਤਾ। ਇੱਕ ਸਗਰਭ ਯੋਗ ਹੁੰਦਾ, ਇੱਕ ਅਰਗਰਭ ਯੋਗ ਹੁੰਦਾ, ਇੱਕ ਕਨਿਸ਼ਟ ਯੋਗ ਹੁੰਦਾ, ਇੱਕ ਇਸੇ ਤਰ੍ਹਾਂ ਉੱਤਮ ਯੋਗ, ਮੱਧਮ ਯੋਗ ਔਰ ਲੈ ਯੋਗ, ਮੰਤਰ ਯੋਗ। ਗੁਰੂ ਕੇ ਪਿਆਰਿਓ, ਇਸ ਤਰ੍ਹਾਂ ਹਠ ਯੋਗ, ਇਸ ਪ੍ਰਕਾਰ ਇਹ ਯੋਗ ਦੀ ਗਿਣਤੀ ਕੀਤੀ ਹੈ। ਆਪ ਜੀ ਨੇ ਗਰੀਬ ਨਿਵਾਜ ਜੀਓ ਸਹਿਜ ਯੋਗ ਦੀ ਪ੍ਰਾਪਤੀ ਕੀਤੀ। ਸਹਿਜ ਯੋਗ ਦੀ ਸੁਤੇ ਹੀ ਪਰਮੇਸ਼ਰ ਵਿੱਚ ਜੁੜਨਾ, ਭਾਵੇਂ ਕੋਈ ਹੱਥਾਂ ਪੈਰਾਂ ਨਾਲ ਕੰਮ ਕਰ ਰਿਹਾ ਹੈ, ਉਠਤ ਬੈਠਤ ਸੋ ਸੋਵਤ ਧਿਆਈਐ, ਅਨ ਦਿਨ ਸੁਕ੍ਰਿਤ ਕਰੀਐ। ਇਸ ਤਰ੍ਹਾਂ ਜੋ ਆਪ ਜੀ ਨੇ ਇਹ ਯੋਗ ਬਖਸ਼ਿਸ਼ ਕੀਤਾ, ਇਸ ਸੁਤੇ ਹੀ ਯੋਗੀ ਜੁੜਦੇ ਆ ਪ੍ਰਾਣਾਯਾਮ ਕਰਕੇ ਪਰਮੇਸ਼ਰ ਦੇ ਵਿੱਚ। ਦਸਮ ਦੁਆਰ ਜੋ ਆਪਣੇ ਪ੍ਰਾਣਾਂ ਨੂੰ ਚਾੜ ਕੇ ਬਿਰਤੀ ਨੂੰ ਜੋੜਦੇ ਆ। ਪਰ ਆਪ ਜੀ ਨੇ ਕਿਰਪਾ ਕੀਤੀ, ਧੰਨ ਗਰੀਬ ਨਿਵਾਜ ਜੀਓ ਸੁਤੇ ਹੀ ਸਾਰੇ ਹੱਥਾਂ ਪੈਰਾਂ ਨਾਲ ਸਾਰੇ ਕੰਮ ਵਿਹਾਰ ਕਰਦਿਆਂ ਮਨ ਦੀ ਬਿਰਤੀ ਨੂੰ ਪਰਮੇਸ਼ਰ ਵਿੱਚ ਜੋੜੀ ਰੱਖਣ ਦਾ
ਇਹ ਆਪ ਜੀ ਨੇ ਬਖਸ਼ਿਸ਼ ਕੀਤੀ ਹੈ, ਇਹ ਜੁਗਤ ਬਖਸ਼ਣਾ ਕੀਤੀ ਹੈ। ਆਪ ਜੀ ਨੇ ਜੁੜਨਾ ਕੀਤਾ ਤੇ ਗੁਰਸਿੱਖਾਂ ਨੂੰ ਆਪਣੇ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਸਹਿਜ ਯੋਗ ਜਿਹੜਾ ਨਾ, ਇਹ ਆਪ ਜੀ ਨੇ ਬਖਸ਼ਿਸ਼ ਕੀਤਾ ਹੈ। ਨਮਿਓ ਰਸਨਾ ਬਦਨ ਬਰਦਾਤ, ਅਲਖ ਅਪਾਰ ਗੁਰ ਸੂਰ, ਸ਼ਬਦ ਹਉਮੈ ਨਿਵਾਰਿਓ। ਅਮਿਓ ਰਸਨਾ, ਆਪ ਜੀ ਦੀ ਰਸਨਾ ਅੰਮ੍ਰਿਤ ਵਰਸਦਾ। ਆਪ ਜੀ ਦੀ ਰਸਨਾ ਤੋਂ ਜਦੋਂ ਸਤਿਗੁਰੂ ਜੀ ਬੋਲਦੇ ਹਨ, ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ। ਬਦਨ ਬਰਦਾਤ, ਔਰ ਮੁਖ ਤੋਂ ਆਪ ਜੀ ਜੋ ਬਚਨ ਕਰਦੇ ਹੋ, ਸ੍ਰੇਸ਼ਟ ਦਾਤਾਂ ਬਖਸ਼ਣ ਵਾਲੇ, ਇਹ ਵਰ ਬਖਸ਼ਣ ਵਾਲੇ ਆਪ ਜੀ ਮੁਖ ਤੋਂ ਬਚਨ ਕਰਦੇ ਹੋ। ਅਲਖ ਅਪਾਰ ਗੁਰ ਸੂਰ, ਅਲਖ ਲਖਣ ਤੋਂ ਰਹਿਤ, ਅਪਾਰ ਪਾਰਾਵਰ ਤੋਂ ਰਹਿਤ ਆਪ ਜੀ ਹੋ। ਗੁਰ ਸੂਰ, ਆਪ ਜੀ ਸੂਰਮੇ ਹੋ, ਗੁਰੂ ਸੂਰਬੀਰ ਹੋ ਸਤਿਗੁਰੂ ਜੀ ਆਪ ਜੀ। ਸ਼ਬਦ ਦੁਆਰਾ ਹਉਮੈ ਨੂੰ ਨਿਵਰਤ ਕਰਕੇ ਆਪ ਜੀ ਇਹ ਜੋ ਅੰਤਸ ਕਰਨ ਰੂਪੀ ਇਹ ਗੜ ਕਿਲਾ ਹੈ ਨਾ, ਜਿਹਦੇ ਵਿੱਚ ਮਨ ਮਵਾਸੀ ਰਾਜਾ ਹੈ ਔਰ ਕ੍ਰੋਧ ਇਹਦੇ ਵਿੱਚ ਪ੍ਰਧਾਨ, ਸੋ ਲੜਾਈ ਕਰਨ ਵਾਲਾ ਬਣਿਆ ਹੈ। ਆਸਾਂ ਦੇ ਸਾਦੇ ਜਿਹਦੇ ਕਪਟ ਵੱਡੇ ਤਖਤੇ ਜੁੜੇ ਆ, ਜੋ ਇਹ ਦਰਵਾਜ਼ੇ ਸੋ ਲਾ ਕਰਕੇ, ਦੋਨੋਂ ਤਖਤੇ ਲਾ ਕਰਕੇ, ਦੇ ਅੰਧਿਆਸ ਦਾ ਇਹ ਕੁੰਡਾ ਲਾ ਕੇ, ਉੱਪਰੋਂ ਦੀ ਅਗਿਆਨ ਦਾ ਜਿੰਦਰਾ ਲਾਉਣਾ ਕੀਤਾ ਹੈ। ਇਸ ਕਿਲੇ ਨੂੰ ਆਪ ਜੀ ਜਿੱਤਣ ਵਾਲੇ ਹੋ ਔਰ ਗੁਰਸਿੱਖਾਂ ਦੇ ਤਾਈਂ ਜਿੱਤ ਬਖਸ਼ਣ ਵਾਲੇ ਹੋ। ਪੰਚਾਹਰਨ ਦਲਿਓ, ਸੁਨ ਸਹਿਜ ਨਿਜ ਘਰ ਸਹਾਰਿਓ। ਪੰਚਾਹਰਨ, ਪੰਚਾਹਰਨ ਜੋ ਪੰਜਾ ਹਰਨ, ਪੰਜਾ ਮਾਰ ਕੇ ਨਾਸ਼ ਕਰਨ ਵਾਲਾ ਹਿਰਨਾ ਆਦਿਕਾਂ ਨੂੰ ਕੌਣ ਹੈ? ਸ਼ੇਰ ਹੈ। ਇਸ ਤਰ੍ਹਾਂ ਆਪ ਜੀ ਸ਼ੇਰ ਨੂੰ, ਹੰਕਾਰ ਰੂਪੀ ਸ਼ੇਰ ਨੂੰ ਦਲਣ ਵਾਲੇ ਹੋ ਵਿਸ਼ੇਸ਼ ਕਰਕੇ। ਔਰ ਸੁਨ ਸਹਿਜ ਨਿਜ ਘਰ ਸਹਾਰਿਓ। ਧੰਨ ਸੱਚੇ ਪਾਤਸ਼ਾਹ ਆਪ ਜੀ ਨੇ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਸੋ ਸੁਨ ਸਹਿਜ, ਸੁਨ ਕੀਆ ਸੁਨੋ ਸੁਨ ਕਹੈ ਸਭ ਕੋਈ, ਅਨਹਤ ਸੁਨ ਕਹਾਂ ਤੇ ਹੋਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਿੱਧਾ ਨੇ ਪ੍ਰਸ਼ਨ ਕੀਤਾ ਸੀ ਨਾ ਕਿ ਮਹਾਰਾਜ ਸੁਨ ਸੁਨ ਸਾਰੇ ਕਹਿੰਦੇ ਆ, ਸੁਨ ਨੂੰ ਸੁਨ ਸਰੂਪ ਹੀ ਕਹਿੰਦੇ ਆ, ਪਰ ਉਹ ਸੁਨ ਇੱਕ ਰਸ ਨਾਸ਼ ਰਹਿਤ ਸੁਨ ਕਿੱਥੋਂ ਪ੍ਰਾਪਤ ਹੁੰਦੀ ਹੈ ਔਰ ਕਿਹਨੂੰ ਕਿਹਾ ਜਾਂਦਾ ਹੈ ਸੁਨ? ਸੋ ਉਸ ਸਮੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਤਰ ਦਿੱਤਾ ਸੀ, ਸੋ ਉਹ ਜੋ ਚੌਥਾ ਪਾਦ ਹੈ ਨਾ, ਜਿਹਨੂੰ ਚੌਥਾ ਪਾਦ ਰੂਪੀ ਸੁਨ, ਜਿੱਥੇ ਮਰਨ ਦਾ ਕੋਈ ਫੁਰਨਾ ਨਹੀਂ ਰਹਿੰਦਾ, ਇਹ ਮਨ ਜਿਹੜਾ ਹੈ ਸ਼ੁੱਧ ਹੋ ਜਾਂਦਾ ਹੈ, ਫੁਰਨਿਆਂ ਤੋਂ ਰਹਿਤ ਉਹ ਉਹਦਾ ਰੂਪ ਹੀ ਬਣ ਜਾਂਦਾ ਹੈ। ਉੱਥੇ ਮਹਾਰਾਜ ਜੀ ਕਹਿਣ ਲੱਗੇ ਉਹਦਾ ਨਾਮ ਸੁਨ ਹੈ ਔਰ ਅਨਹਤ ਸੁਨ ਰਤੇ ਜਿਸ ਤੇ ਉਪਜੇ ਤੈਸੀ ਜੈਸੇ। ਚੌਥੇ ਸੁਣਿਆ ਜੋ ਨਰ ਜਾਣੈ ਤਾ ਕੋ ਪਾਪ ਨ ਪੁੰਨੰ। ਉਹ ਪਾਪਾ ਪੁੰਨਾਂ ਤੋਂ ਪਰੇ ਰਹਿਤ ਹੋ ਜਾਂਦੇ ਹਨ। ਇਸ ਪ੍ਰਕਾਰ ਧੰਨ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਪੰਚਾਹਰ
ਇਹਦਾ ਦੂਜਾ ਪਾਠ ਕਰਦੇ ਹਨ ਪਦ 6 ਦੇ ਵਿੱਚ, ਨਿਦਲਿਓ। ਪੰਚਾਹਰ ਇਹਦਾ ਅਰਥ ਵੀ ਸ਼ੇਰ ਹੈ। ਨਿਦਲਿਓ ਵਿਸ਼ੇਸ਼ ਕਰਕੇ ਇਹਨੂੰ ਦਲ ਸੁੱਟਿਆ ਹੈ। ਔਰ ਸੁਨ ਸਹਿਜ, ਜੋ ਸੁਨ ਅਫੁਰ ਸਰੂਪ ਪਰਮਾਤਮਾ ਨਾ, ਉਸ ਵਾਹਿਗੁਰੂ ਦਾ ਆਪ ਜੀ ਗਿਆਨ ਦਾ ਸਰੂਪ ਹੋ। ਨਿਜ ਆਪਣੇ ਸਤਸੰਗ ਰੂਪੀ ਘਰ ਦੇ ਵਿੱਚ ਜੀਵਾਂ ਨੂੰ ਸਹਾਰਿਓ, ਆਸਰਾ ਦੇਣਾ ਕੀਤਾ ਸਾਰਿਆਂ ਨੂੰ। ਹਰ ਨਾਮ ਲਾਗ ਜਗ ਉਦਰਿਓ, ਸਤਿਗੁਰ ਹਿਰਦੈ ਬਸਾਇਓ। ਹਰੀ ਦੇ ਨਾਮ ਨਾਲ ਜੁੜ ਕਰਕੇ ਸਾਰਾ ਸੰਸਾਰ, ਇਸ ਸਮੁੰਦਰ ਜਿਹੜਾ ਨਾ, ਸਾਰੇ ਜੀਵ ਸੰਸਾਰ ਸਮੁੰਦਰ ਤੋਂ ਉਧਰ ਗਏ, ਅਥਵਾ ਸਾਰਾ ਸੰਸਾਰ ਇਹ ਮੌਤ ਤੋਂ ਬਚ ਗਿਆ। ਸਤਿਗੁਰ ਹਿਰਦੈ ਬਸਾਇਓ। ਧੰਨ ਸਤਿਗੁਰੂ ਜੀ ਆਪ ਜੀ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸਾ ਦਿੱਤਾ ਹੈ। ਗੁਰ ਅਰਜੁਨ ਕਲ ਉਚਰੈ, ਤੈ ਜਨ ਕਹਿ ਕਲ ਸਦੀ ਪਾਇਓ। ਕਲ ਨਾਮੇ ਭੱਟ ਜੀ ਇਹ ਕਥਨ ਕਰਦੇ ਆ, ਧੰਨ ਸਤਿਗੁਰੂ ਅਰਜਨ ਦੇਵ ਮਹਾਰਾਜ ਜੀਓ, ਆਪ ਜੀ ਨੇ ਸੋ ਸ਼੍ਰੋਮਣੀ ਜੋ ਕਲਸ਼ ਕਹੀਏ, ਸ਼੍ਰੋਮਣੀ ਦਾ ਜਿਵੇਂ ਕਲਸ਼ ਸਭ ਤੋਂ ਉੱਪਰ ਹੁੰਦਾ ਮਨਾਰੇ ਤੇ ਇਮਾਰਤ ਦੇ, ਇਸ ਤਰ੍ਹਾਂ ਜਨ ਕਹਿ ਗਿਆਨ ਜਿਹੜਾ ਨਾ, ਗਿਆਨ ਦਾ ਦੀਵਾ ਜਿਹੜਾ ਇਹ ਪ੍ਰਕਾਸ਼ ਕੀਤਾ ਹੈ ਸ਼੍ਰੋਮਣੀ। ਸੋਰਠੇ ਗੁਰ ਅਰਜਨ ਪੁਰਖ ਪਰਮਾਣ, ਪਾਰਥੋ ਚੱਲ ਨਹੀਂ। ਇਸ ਸੋਰਠੇ ਦੀ ਚਾਲ ਦੇ ਹੁਣ 3 ਸਵਈਏ ਆਉਣਗੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀ ਪੁਰਖ ਪ੍ਰਮਾਣ। ਜਿਵੇਂ ਪਾਂਡਵਾਂ ਵਿੱਚ ਅਰਜੁਨ ਸੀ, ਉਹਨੂੰ ਵਿਸ਼ਨੂੰ ਜੀ ਦਾ ਨਰ ਅਵਤਾਰ ਮੰਨਿਆ। ਚੌਵੀ ਅਵਤਾਰਾਂ ਦੇ ਵਿੱਚ ਉਹ ਨਰ ਅਵਤਾਰ ਹੈ। ਵਿਸ਼ਨੂੰ ਦੇ 24 ਅਵਤਾਰਾਂ ਵਿੱਚੋਂ ਅਰਜੁਨ ਨੂੰ ਨਰ ਅਵਤਾਰ ਮੰਨਿਆ। ਸੋ ਬਹੁਤ ਯੁੱਧ ਕਰਕੇ ਬਹੁਤ ਦੁਸ਼ਮਣਾਂ ਨੂੰ ਮਾਰਨਾ ਕੀਤਾ। ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸੋ ਸ੍ਰੀ ਗੁਰੂ ਗ੍ਰੰਥ ਦਸਮ ਗ੍ਰੰਥ ਦੇ ਵਿੱਚ ਬਚਨ ਕੀਤੇ ਆ, ਲਿਖੇ ਹਨ। ਨਰ ਅਵਤਾਰ ਦੀ ਕਥਾ ਵੀ ਲਿਖੀ ਹੈ ਕਿ ਇਸ ਤਰ੍ਹਾਂ ਇਹ 23ਵਾਂ ਅਵਤਾਰ ਜਿਹੜਾ ਨਰ ਅਵਤਾਰ ਅਰਜੁਨ ਸੀ, ਜਿਹਨੇ ਜੰਗ ਕਰਕੇ ਬਹੁਤਿਆਂ ਦੁਸ਼ਮਣਾਂ ਨੂੰ ਮਾਰਨਾ ਕੀਤਾ। ਰਹੋ ਵਿਚਾਰ, ਅਰਜੁਨ ਜਿਹੜਾ ਹੈ ਕਹਿੰਦੇ ਪੁਰਖ ਕਹੀਏ ਨਰ ਅਵਤਾਰ ਜਿਹੜਾ ਹੈ ਨਾ, ਉਹਦੇ ਆਪ ਜੀ ਪ੍ਰਮਾਣ ਹੋ। ਪਾਰਥਵ ਚਾਲੈ ਨਹੀਂ। ਲੋਕ ਮੰਨਦੇ ਸਨ ਕਿ ਪਾਰਥੋ ਜੋ ਅਰਜਨ ਹੈ ਨਾ, ਜਿਵੇਂ ਜੰਗ ਦੇ ਵਿੱਚ ਜੁੱਟ ਪੈਂਦਾ ਸੀ ਤੇ ਮੁੜਦਾ ਨਹੀਂ ਸੀ, ਪਿਛਾਂਹ ਨਹੀਂ ਸੀ ਹਟਦਾ, ਜੰਗ ਤੋਂ ਭੱਜਦਾ ਨਹੀਂ ਸੀ, ਹਾਰਦਾ ਨਹੀਂ ਸੀ। ਪਰ ਗੁਰੂ ਕੇ ਪਿਆਰਿਓ, ਅਰਜਨ ਜਿਹੜਾ ਹੈ ਮਹਾਂਭਾਰਤ ਵਿੱਚ ਇਸ ਤਰ੍ਹਾਂ ਇਹ ਕਥਾ ਆਉਂਦੀ ਹੈ। ਜਿਸ ਵੇਲੇ ਸ਼੍ਰੀ ਕ੍ਰਿਸ਼ਨ ਜੀ ਸੋ ਵੈਕੁੰਠ ਚਲੇ ਗਏ, ਉਸ ਵੇਲੇ ਉਹਨਾਂ ਕਿਹਾ ਕਿ ਜਾਣ ਲੱਗਿਆ ਕਿਹਾ ਜਿਹੜੀਆਂ ਗੋਪੀਆਂ ਨਾ, ਇਹਨਾਂ ਸਾਰੀਆਂ ਨੂੰ ਤੂੰ ਹਸਤਨਾਪੁਰ ਲੈ ਜਾ ਔਰ ਇਹਨਾਂ ਦੀ ਸੇਵਾ ਕਰੀ। ਅਰਜਨ ਸਾਰੀਆਂ ਗੋਪੀਆਂ ਨੂੰ ਲੈ ਤੁਰਿਆ।
ਰਸਤੇ ਵਿੱਚ ਭੀਲਾਂ ਦੇ ਰਾਜ ਚੋਂ ਇਹਨੇ ਲੰਘਣਾ ਸੀ, ਇਲਾਕੇ ਚੋਂ ਲੰਘਣਾ ਸੀ। ਉੱਥੇ ਉਹ ਭੀਲਾਂ ਦੇ ਨਾਲ ਇਹਦਾ ਮੁਕਾਬਲਾ ਹੋਇਆ। ਉਹ ਭੀਲ ਜਿਹੜੇ ਸਨ ਉਹਨਾਂ ਵਿੱਚ ਇਕਲਵਿਆ ਸੀ। ਇਕਲੱਬਾ ਜਾਂ ਇਕਲਵ, ਇਸ ਤਰ੍ਹਾਂ ਇਹਦਾ ਨਾਮ ਦਾ। ਇਹਨੂੰ ਸ਼ਸਤਰ ਵਿਦਿਆ ਦਾ ਸਿੱਖਣ ਦਾ ਬੜਾ ਚਾਅ ਸੀ ਤੇ ਇਹ ਦਰੋਣਾਚਾਰੀਆ ਪਾਸ ਆਇਆ। ਔਰ ਦਰੋਣਾਚਾਰੀਆ ਨੇ ਦੇਖਿਆ ਕਿ ਇਹ ਤਾਂ ਅਰਜਨ ਦੇ ਨਾਲੋਂ ਵੀ ਬਹੁਤ ਹੀ ਵਧੀਆ ਇਹਦਾ ਹੱਥ ਚੱਲਦਾ ਹੈ। ਔਰ ਦਰੋਣਾਚਾਰਯ ਜੋ ਸੀ ਉਹ ਅਰਜਨ ਦੇ ਨਾਲ ਇਹ ਮੋਹ ਕਰਦਾ ਸੀ। ਔਰ ਉਹਨੇ ਚਾਹਿਆ ਕਿ ਅਰਜਨ ਤੋਂ ਵੱਧ, ਅਰਜਨ ਨੇ ਵੀ ਉਹਨੂੰ ਕਿਹਾ ਕਿ ਮੇਰੇ ਤੋਂ ਚੰਗਾ ਨਾ ਕਿਸੇ ਨੂੰ ਸਿਖਾਇਓ। ਔਰ ਉਹਨੇ ਵੀ ਚਾਹਿਆ ਕਿ ਮੈਂ ਸਭ ਤੋਂ ਵਧੀਆ ਜਿਹੜਾ ਅਰਜਨ ਨੂੰ ਸਿਖਾਉਣਾ ਹੈ ਕਿਤੇ ਉਹਦੇ ਤੋਂ ਅੱਗੇ ਨਾ ਲੰਘ ਜੇ। ਇਸ ਤਰ੍ਹਾਂ ਅਰਜਨ ਨੇ ਈਰਖਾ ਕਰਕੇ ਉਹਨੂੰ, ਜੋ ਸੀ ਭੀਲ ਸੀ ਇਕਲੱਬਾ, ਉਹਨੂੰ ਉੱਥੋਂ ਕਢਾ ਦਿੱਤਾ। ਜੰਗਲ ਵਿੱਚ ਜਾ ਕੇ ਗੁਰੂ ਕੇ ਪਿਆਰਿਓ ਉਹਨੇ ਮਿੱਟੀ ਦੀ ਮੂਰਤੀ ਬਣਾ ਲਈ ਦਰੋਣਾਚਾਰੀਆ ਦੀ। ਔਰ ਇਹੋ ਜਿਹਾ ਅਭਿਆਸ ਕੀਤਾ ਕਿ ਅਰਜਨ ਨਾਲੋਂ ਵੀ ਕਿਤੇ ਵੱਧ ਨਿਪੁੰਨ ਹੋ ਗਿਆ ਸ਼ਸਤਰ ਵਿਦਿਆ ਦੇ ਵਿੱਚ। ਜਦੋਂ ਅਰਜਨ ਦੇ ਨਾਲੋਂ ਨਿਪੁੰਨ ਹੋ ਗਿਆ, ਇੱਕ ਵਾਰ ਇਹ ਜਾ ਰਹੇ ਗਏ ਜੰਗਲ ਦੇ ਵਿੱਚ ਸ਼ਿਕਾਰ ਖੇਡਣ, ਆਪਣੇ ਸ਼ਿਸ਼ਾ ਨੂੰ ਲੈ ਕੇ ਦਰੋਣਾਚਾਰਜ ਗਿਆ। ਉੱਥੇ ਇਹਨਾਂ ਦਾ ਜੋ ਕੁੱਤਾ ਸੀ ਨਾਲ ਸ਼ਿਕਾਰੀ ਕੁੱਤਾ, ਉਹ ਜਿੱਥੇ ਅਭਿਆਸ ਕਰ ਰਿਹਾ ਸੀ ਇਕਲੱਬਾ, ਉਹਦੇ ਪਾਸ ਜਾ ਕੇ ਭੌਂਕਣ ਲੱਗ ਪਿਆ। ਉਹਨੇ ਗੁਰੂ ਕੇ ਪਿਆਰਿਓ ਸ਼ਬਦ ਵੇਦੀ ਬਾਣ ਜਿਹੜਾ ਸੀ ਨਾ ਉਹ ਮਾਰ ਕੇ ਤੇ ਉਹਨੂੰ ਇਹੋ ਜਿਹਾ ਉਹਦਾ ਮੂੰਹ ਜੋੜਤਾ ਕਿ ਉਹਦੀ ਆਵਾਜ਼ ਜਿਹੜੀ ਸੀ ਭੌਂਕਣੋਂ ਨੂੰ ਬੰਦ ਕਰਤਾ। ਕੁੱਤੇ ਨੂੰ ਇਸ ਪ੍ਰਕਾਰ ਜਦੋਂ ਆਵਾਜ਼ ਮੁੜਿਆ ਵੇਖਿਆ ਤੇ ਹੈਰਾਨ ਹੋਏ ਕਿ ਕਿਹੜਾ ਇਹੋ ਜਿਹਾ ਜਿਹਨੇ ਆਹ ਸ਼ਬਦ ਵੇਦੀ ਬਾਣ ਮਾਰੇ ਆ। ਜਾ ਕੇ ਜਦੋਂ ਤੱਕਿਆ ਤੇ ਉਹ ਇਕਲੱਬਾ ਜੋ ਸੀ ਅਭਿਆਸ ਕਰ ਰਿਹਾ ਸੀ ਤੀਰਅੰਦਾਜ਼ੀ ਦਾ। ਉਹਨੇ ਦਰੋਣਾਚਾਰੀਆ ਨੂੰ ਨਮਸਕਾਰ ਕੀਤੀ, ਪੁੱਛਿਆ ਕੌਣ ਹੈ ਤੂੰ, ਕੀ ਨਾਂ ਤੇਰਾ, ਤੂੰ ਕਿੱਥੋਂ ਐਡੀ ਸ਼ਸਤਰ ਵਿਦਿਆ ਸਿੱਖੀ ਹੈ। ਉਹਨੇ ਦੱਸਿਆ ਜੀ ਮੈਂ ਤੁਹਾਡਾ ਸ਼ਿਸ਼ ਹਾਂ, ਤੁਹਾਡੀ ਮੂਰਤੀ ਬਣਾ ਕੇ ਤੁਹਾਥੋਂ ਮੈਂ ਇਹ ਸਿੱਖ ਰਿਹਾ। ਕਹਿੰਦਾ ਗੁਰੂ ਦੀਖਿਆ ਦੇ। ਉਸ ਵੇਲੇ ਗੁਰੂ ਕੇ ਪਿਆਰਿਓ ਇਹ ਜੋ ਅੰਗੂਠਾ ਸੀ, ਜਿਸ ਦੇ ਨਾਲ ਅੰਗੂਠੇ ਤੇ ਉਂਗਲ ਦੇ ਨਾਲ ਇਹ ਤੀਰ ਚੱਲਦਾ ਸੀ, ਦਰੋਣਾਚਾਰੀਆ ਨੇ ਉਸ ਵੇਲੇ ਅੰਗੂਠਾ ਜੋ ਸੀ ਉਹ ਦਾਨ ਵਿੱਚ ਲੈ ਲਿਆ ਗੁਰਦੀਕਸ਼ਾ ਦਕਸ਼ਣਾ ਵਜੋਂ। ਗੁਰਦਕਸ਼ਣਾ ਵਜੋਂ ਉਹ ਅੰਗੂਠਾ ਇਹਦਾ ਕਲਮ ਕਰ ਦਿੱਤਾ ਕਿ ਹੁਣ ਇਹ ਤੀਰ ਨਹੀਂ ਚਲਾ ਸਕੇਗਾ। ਪਰ ਉਸ ਇਕਲੱਬੇ ਨੇ ਫਿਰ ਗੁਰੂ ਕੇ ਪਿਆਰਿਓ ਕਹਿੰਦੇ ਉਂਗਲਾਂ ਦੇ ਨਾਲ, ਸੋ ਪਹਿਲਾਂ ਤਾਂ ਇਸ ਪ੍ਰਕਾਰ ਪਕੜਦਾ ਸੀ ਤੇ ਫਿਰ ਇਸ ਤਰ੍ਹਾਂ ਉਂਗਲਾਂ ਜੋੜ ਕੇ ਤੰਦੀ ਨੂੰ ਖਿੱਚ ਕਰਕੇ ਅਭਿਆਸ ਕਰਨਾ ਕੀਤਾ ਔਰ ਇਸੇ ਤਰ੍ਹਾਂ ਨਿਪੁੰਨ ਹੋ ਗਿਆ। ਉਸ ਨੇ ਉਸ ਸਮੇਂ ਜਦੋਂ ਇਹ ਅਰਜਨ ਲੰਘਣ ਲੱਗਾ ਇੱਥੋਂ ਦੀ, ਇਹਦੇ ਇਲਾਕੇ ਤੋਂ, ਤੇ ਇਹਨੇ ਅਰਜਨ ਨੂੰ ਲਲਕਾਰਿਆ, ਇਹਦਾ ਰਾਹ ਰੋਕ ਲਿਆ ਕਿ ਤੂੰ ਮੇਰੇ ਨਾਲ ਈਰਖਾ ਕਰਕੇ, ਇਸ ਤਰ੍ਹਾਂ ਤੂੰ ਮੇਰੇ ਨਾਲ ਈਰਖਾ ਕੀਤੀ ਸੀ ਤੇ ਮੇਰਾ ਅੰਗੂਠਾ ਵਢਾਇਆ ਜਾਂ ਮੇਰੇ ਨਾਲ ਇਹ ਦੋਸ਼ ਕਮਾਇਆ, ਹੁਣ ਤੂੰ ਮੇਰੇ ਸਾਹਮਣੇ ਹੋ। ਉਸ ਵੇਲੇ ਅਰਜਨ ਇਹਦੇ ਨਾਲ ਲੜਿਆ ਔਰ ਇਹਦੇ ਸਾਰੇ ਤੀਰ ਮੁੱਕ ਗਏ ਸਨ।
ਇੱਕ ਤੀਰ ਬਾਕੀ ਰਹਿ ਗਿਆ। ਫਿਰ ਉਸ ਵੇਲੇ ਨੇ ਹਾਰ ਮੰਨ ਲਈ। ਹਾਰ ਮੰਨਣ ਤੋਂ ਗੁਰੂ ਕੇ ਪਿਆਰਿਓ ਇਹ ਭੀਲਾਂ ਨੇ ਇਹਦੇ ਕੋਲੋਂ ਗੋਪੀਆਂ ਖੋਹ ਲਈਆਂ। ਗੋਪੀਆਂ ਖੋਹ ਲਈਆਂ। ਉਹਨਾਂ ਨੇ ਫਿਰ ਕਟਾਰੀ ਮਾਰ ਕੇ ਤੇ ਇਸ ਤਰ੍ਹਾਂ ਇਹ ਭੀਲਾਂ ਦੇ ਹੱਥ ਨਾ ਆਉਣ, ਸੋ ਹੱਥ ਆਉਣੋਂ ਬਚਣ ਤੋਂ ਸੋ ਉੱਥੇ ਇਹ ਕਟਾਰੀ ਮਾਰ ਮਾਰ ਕੇ ਮਰ ਗਈਆਂ ਸਨ। ਸੋ ਇਸ ਤਰ੍ਹਾਂ ਕਹਿੰਦੇ ਸਮੇਂ ਬਿਨਾ ਨਰ ਕਿਆ ਕਰੇ, ਸਮੇਂ ਸਮੇਂ ਬਲਵਾਨ। ਵੇਖੋ ਸਮੇਂ ਬਿਨਾ ਮਨੁੱਖ ਕੀ ਕਰ ਸਕਦਾ, ਸਮੇਂ ਸਮੇਂ ਨਾਲ ਹੀ ਬਲਵਾਨ ਆ ਨਾ। ਉਹੀ ਅਰਜਨ ਸੀ ਜੋ ਕ੍ਰਿਸ਼ਨ ਭਗਵਾਨ ਦੇ ਸਮੇਂ ਉਹਦੇ ਪ੍ਰਤਾਪ ਨਾਲ ਸਾਰਿਆਂ ਨੂੰ ਬਲਵਾਨ ਹੋਇਆ ਬੈਠਾ ਸੀ। ਔਰ ਹੁਣ ਉਹਦਾ ਪ੍ਰਤਾਪ ਘਟ ਗਿਆ। ਅਰਜਨ ਗਵਾਈਆਂ ਗੋਪੀਆਂ, ਵਾਹੀ ਤਨਖ ਵਾਹੀ ਬਾਨ। ਉਹ ਅਰਜਨ ਨੇ ਗੋਪੀਆਂ ਗਵਾ ਲਈਆਂ। ਉਸ ਵੇਲੇ ਸਾਰੀਆਂ ਗੋਪੀਆਂ ਉੱਥੇ ਜੋ ਸੀ ਕਟਾਰੀ ਮਾਰ ਕੇ ਮਰ ਗਈਆਂ ਤੇ ਉੱਥੇ ਖੂਨ ਉਹਨਾਂ ਦਾ ਡੁੱਲਿਆ। ਕਈ ਜਿਹੜੇ ਲੋਕ ਹਿੰਦੂ ਲੋਕ ਉਸ ਧਰਤੀ ਨੂੰ ਪਵਿੱਤਰ ਮੰਨ ਕੇ ਤੇ ਉਹ ਤਿਲਕ ਜਿਹੜਾ ਨਾ ਚੰਦਨ ਦੇ ਸਮਾਨ, ਕਿਨਹੂ ਗੋਪੀ ਚੰਦਨ, ਕਿਨਹੂ ਤਿਲਕ ਗੋਪੀ ਚੰਦਨ ਲਾਇਆ। ਇਸ ਪ੍ਰਕਾਰ ਤਿਲਕ ਗੋਪੀਆਂ ਦੇ ਉਹ ਮਿੱਟੀ ਦਾ ਜਿਹੜਾ ਚੰਦਨ ਵਾਂਗ ਮੱਥੇ 'ਤੇ ਲਾਉਂਦੇ ਹਨ। ਸੋ ਪਾਰਥੋ ਚਾਲੈ ਨਹੀਂ। ਸੋ ਇਸ ਪ੍ਰਕਾਰ ਪਾਰਥੋ ਜਿਹੜਾ ਉਹ ਸਤਿਗੁਰੂ ਜੀ ਦੇ ਸਦਰਸ਼ ਨਹੀਂ ਚੱਲਦਾ। ਇਹਦਾ ਪ੍ਰਮਾਣ ਜਿਹੜਾ ਨਾ ਦੇਣਾ ਕਿ ਸਤਿਗੁਰੂ ਜੀ ਅਰਜਨ ਦੇ ਵਾਂਗ ਆ। ਅਰਜਨ ਦੇ ਤੀਰ ਬੜੇ ਤਿੱਖੇ ਸਨ, ਬਹੁਤ ਸੋ ਨਿਸ਼ਾਨੇ ਤੋਂ ਖੁੰਝਦੇ ਨਹੀਂ ਸਨ। ਪਰ ਅਰਜਨ ਹਾਰ ਜਾਂਦਾ, ਹਾਰ ਗਿਆ। ਫਿਰ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਪਾਰਸ ਤੋਂ ਬਹੁਤ ਸ੍ਰੇਸ਼ਟ ਹਨ। ਸਤਿਗੁਰੂ ਜੀ ਨੇ ਇਹ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਕੇ ਫਿਰ ਵੀ ਸਤਿਗੁਰੂ ਜੀ ਹਾਰੇ ਨਹੀਂ। ਤਤੀ ਤਵੀ ਤੇ ਬੈਠ ਕਰਕੇ ਵੀ ਸਤਿਗੁਰੂ ਜੀ ਨੇ ਇਹ ਵਚਨ ਕਹਿਆ ਕਿ ਨਾ ਕੋਈ ਹਮਰਾ ਦੁਸ਼ਮਨ ਰਹਿਆ, ਨਾ ਹਮ ਕਿਸਕੇ ਬੈਰ ਆਈ। ਬ੍ਰਹਮ ਪਸਾਰ ਪਸਾਰਿਓ ਭੀਤਰ, ਸਤਿਗੁਰ ਤੇ ਸੋਝੀ ਪਾਈ। ਨਾ ਕੋ ਮੇਰਾ ਦੁਸ਼ਮਨ ਰਹਿਆ। ਸੋ ਇਹ ਸਾਡਾ ਕੋਈ ਦੁਸ਼ਮਣ ਨਹੀਂ, ਨਾ ਹੀ ਸਾਡੇ ਮਨ 'ਚ ਕਿਸੇ ਪ੍ਰਤੀ ਬੁਰਾਈ ਹੈ। ਇਸ ਪ੍ਰਕਾਰ ਧੰਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਸ਼ਾਂਤ ਰਸ ਰਹਿ ਕਰਕੇ ਸ਼ਹਾਦਤ ਦਿੱਤੀ। ਔਰ ਸਤਿਗੁਰੂ ਜੀ ਦੀ ਇਹ ਸਤਿਗੁਰੂ ਜੀ ਦੀ ਸ਼ਹਾਦਤ ਦਾ ਸਦਕਾ ਗੁਰੂ ਕੇ ਪਿਆਰਿਓ ਵੇਖੋ ਗੁਰਸਿੱਖਾਂ ਦੇ ਵਿੱਚ ਕਿੰਨੇ ਯੋਧੇ ਪੈਦਾ ਹੋਏ ਆ। ਇਹ ਸਤਿਗੁਰੂ ਗਰੀਬ ਨਿਵਾਸ ਜੀ ਨੇ ਕੁਰਬਾਨੀ ਕਰਕੇ ਗੁਰਸਿੱਖਾਂ 'ਚ ਜਜ਼ਬਾ ਭਰਿਆ ਨਾ। ਗੁਰਸਿੱਖਾਂ ਨੂੰ ਕੁਰਬਾਨੀ ਕਰਨ ਦਾ ਇਹ ਜਾਚ ਸਿਖਾਈ ਆ ਨਾ ਕਿ ਇਸ ਪ੍ਰਕਾਰ ਜਦੋਂ ਸਤਿਗੁਰੂ ਜੀ ਤਤੀ ਤਵੀ ਤੇ ਬੈਠੇ ਸਨ, ਗੋਰਖਨਾਥ ਆਦਿਕ ਸਾਰੇ ਸਿੱਧ ਆਏ, ਸਾਰਿਆਂ ਨੂੰ ਮੂਰਛਾ ਕਰਤਾ, ਸਿਪਾਹੀਆਂ ਨੂੰ ਕਹਿਣ ਲੱਗੇ ਮਹਾਰਾਜ ਸਾਨੂੰ ਆਗਿਆ ਦਿਓ। ਸਤਿਗੁਰੂ ਜੀ ਨੇ ਆਗਿਆ ਨਾ ਦਿੱਤੀ। ਸਾਈਂ ਮੀਆਂ ਮੀਰ ਆਇਆ, ਮਹਾਰਾਜ ਮੈਂ ਇਹਨਾਂ ਨੂੰ ਨਾਸ਼ ਕਰ ਦਿਆਂਗਾ ਦੋਨਾਂ ਹੱਥਾਂ ਦੀ ਤਾੜੀ ਦੇ ਵਿੱਚ ਭੇੜ ਕਰਕੇ। ਮਹਾਰਾਜ ਕਹਿਣ ਲੱਗੇ ਸਾਈਂ ਮੀਆਂ ਮੀਰ ਤੂੰ ਇਕੱਲਾ ਆਗਿਆ ਨਹੀਂ ਮੰਗ ਰਿਹਾ, ਆਕਾਸ਼ ਵੱਲ ਵੇਖ, ਉੱਪਰ ਨੂੰ ਵੇਖ। ਸਾਰੇ ਸ਼ਕਤੀਵਾਨ ਰੂਹਾਨੀ ਸ਼ਕਤੀ ਵਾਲੇ ਆਗਿਆ ਮੰਗ ਰਹੇ ਆ। ਪਰ ਅਸੀਂ ਗੁਰਸਿੱਖਾਂ ਨੂੰ ਇਹ ਭਾਵ ਭਗਤੀ ਦੇ ਨਾਲ ਸ਼ਾਂਤ ਰਹਿ ਕਰਕੇ, ਦ੍ਰਿੜ ਰਹਿ ਕਰਕੇ ਕੁਰਬਾਨੀ ਕਿਵੇਂ ਕਰਨੀ ਇਹ ਜਾਚ ਦੱਸ ਰਹੇ ਹਾਂ। ਧੰਨ ਗੁਰੂ ਗਰੀਬ ਨਿਵਾਸ ਜੀ ਨੇ ਇਸ ਤਰ੍ਹਾਂ ਇਹ ਕੁਰਬਾਨੀ ਕਰਕੇ ਗੁਰੂ ਕੇ ਪਿਆਰਿਓ ਜਾਚ ਦਸੀ। ਤਾਂ ਗੁਰੂ ਕੇ ਸਿੱਖ ਵੇਖੋ ਅਨੇਕਾਂ ਹੀ ਸੋ ਉਬਲਦੀਆਂ ਦੇਗਾਂ ਵਿੱਚ ਬੈਠ ਕੇ ਪੁੱਠੀਆਂ ਖੱਲਾਂ ਲੁਹਾ ਲਈਆਂ, ਆਰਿਆਂ ਨਾਲ ਸੀਸ ਚਰਾ ਲਏ, ਪਰ ਧਰਮ ਤੋਂ ਨਹੀਂ ਡੁੱਲੇ। ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕੁਰਬਾਨੀ ਦਾ ਸਦਕਾ ਹੈ। ਨਿਜਾ ਨਾਮ ਨਿਸ਼ਾਨ
ਸਤਿਗੁਰ ਸ਼ਬਦ ਸਵਾਰਿਓ। ਅਥਵਾ ਜੋ ਅਰਜਨ ਹੈ ਸਾਹਮਣੇ ਭਾਵੇਂ ਦੁਸ਼ਮਣਾਂ ਨਾਲ ਲੜਦਾ ਰਿਹਾ, ਜਿੱਤਦਾ ਰਿਹਾ, ਪਰ ਮੋਹ ਰੂਪੀ ਜਿਹੜੇ ਇਹ ਦੁਸ਼ਮਣ ਆ ਇਹਨਾਂ ਤੋਂ ਹਾਰ ਗਿਆ। ਜਦੋਂ ਅਭਿਮਨੂ ਦੀ ਮੌਤ ਸੁਣੀ ਤਾਂ ਗੁਰੂ ਕੇ ਪਿਆਰਿਓ ਉਸ ਵੇਲੇ ਸ਼ਸਤਰ ਸੁੱਟ ਕੇ ਜੰਗ ਦੇ ਵਿੱਚ ਧਾਂ ਮਾਰ ਕੇ ਰੋਣ ਲੱਗ ਪਿਆ। ਇਸ ਤਰ੍ਹਾਂ ਇੱਕ ਵਾਰ ਕਹਿੰਦੇ ਅਭਿਮਨੂ ਨੇ ਬਚਪਨ ਦੇ ਵਿੱਚ ਸੋ ਹੱਥ ਮਾਰਿਆ ਤੇ ਇਹ ਅਰਜਨ ਦੀ ਪੱਗ ਲੱਥ ਗਈ। ਅਰਜਨ ਹੱਸਣ ਲੱਗ ਪਿਆ। ਕ੍ਰਿਸ਼ਨ ਜੀ ਕਹਿਣ ਲੱਗੇ, ਵੇਖ ਲਾ ਅਰਜਨ, ਜੇ ਇਹੀ ਪੱਗ ਕਿਸੇ ਸੂਰਮੇ ਨੇ ਦੁਸ਼ਮਣ ਨੇ ਲਾਈ ਹੁੰਦੀ ਤੇ ਤੂੰ ਉਹਦਾ ਸਿਰ ਕਲਮ ਕਰ ਦੇਣਾ ਸੀ। ਪਰ ਇਹੀ ਮੋਹ ਆ ਨਾ ਪ੍ਰੇਮ ਨਾਲ, ਪਰਿਵਾਰ ਨਾਲ। ਧੰਨ ਗੁਰੂ ਗਰੀਬ ਨਿਵਾਸ ਜੀ ਮੋਹ ਆਦਿਕ ਸਾਰਿਆਂ ਤੋਂ ਚਲਾਏਮਾਨ ਨਹੀਂ ਹੁੰਦੇ। ਨੇਜਾ ਨਾਮ ਨਿਸ਼ਾਨ। ਸੋ ਪਾਂਡਵ ਅਰਜਨ ਜਿਹੜਾ ਸੀ ਉਹ ਤਾਂ ਤੀਰ ਅੰਦਾਜ਼ੀ ਕਰਕੇ ਪ੍ਰਸਿੱਧ ਸੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਨਾਮ ਰੂਪੀ ਤੇਜਾ ਜੋ ਨੇਜਾ ਹੈ ਨਾ, ਇਹ ਨਿਸ਼ਾਨ, ਇਹ ਪ੍ਰਸਿੱਧ ਹੈ, ਪ੍ਰਗਟ ਹੈ। ਸੋ ਪ੍ਰਵਾਨ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ, ਲੋਕ ਪ੍ਰਲੋਕ ਦੇ ਵਿੱਚ ਪ੍ਰਵਾਨਾ ਹੈ। ਸਤਿਗੁਰੂ ਜੀ ਨੇ ਇਹ ਨੇਜਾ, ਨਾਮ ਰੂਪੀ ਨੇਜਾ ਹੱਥ ਵਿੱਚ ਪਕੜਨਾ ਕੀਤਾ ਹੈ। ਸਤਿਗੁਰ ਸ਼ਬਦ ਸਵਾਰਿਓ। ਔਰ ਸਤਿਗੁਰਾਂ ਦੀ ਸ਼ਬਦ ਰੂਪੀ ਸਾਣ ਤੇ ਲਾ ਕਰਕੇ ਇਸ ਨਾਮ ਰੂਪੀ ਨੇਜੇ ਨੂੰ ਸਵਾਰਿਓ, ਤਿੱਖਾ ਕਰਨਾ ਕੀਤਾ ਹੈ। ਭਵਜਲ ਸਾਇਰ ਸੇਤ ਨਾਮ ਹਰੀ ਕਾ ਬੋਹਿ ਥਾ। ਇਸ ਸੰਸਾਰ ਸਮੁੰਦਰ ਨੂੰ ਤਾਰਨ ਵਾਸਤੇ ਸਤਿਗੁਰੂ ਗਰੀਬ ਨਿਵਾਸ ਜੀ ਨੇ ਵਾਹਿਗੁਰੂ ਨਾਮ ਦਾ ਜਹਾਜ਼ ਬਣਾਇਆ, ਭਗਤੀ ਰੂਪੀ ਪੁਲ ਬੰਨਣਾ ਕੀਤਾ ਹੈ ਇਸ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ। ਤੋ ਸਤਿਗੁਰ ਸੰਹੇਤ। ਅਥਵਾ ਇਸੇ ਤਰ੍ਹਾਂ ਹੀ ਆਪ ਜੀ ਦੇ ਕੋਲ ਸਤਿਗੁਰੂ ਜੀਓ ਪਰਮੇਸ਼ਰ ਦਾ ਜੋ ਨਾਮ ਹੈ ਨਾ, ਇਹ ਸੇਤ ਉਜਲ ਨਾਮ, ਪਰਮੇਸ਼ਰ ਦਾ ਜੋ ਸੇਤ ਉਜਲ ਨਾਮ ਹੈ ਨਾ, ਇਹ ਜਹਾਜ਼ ਹੈ, ਜਹਾਜ਼ ਦੁਨੀਆ ਦੇ ਤਾਰਨ ਵਾਸਤੇ। ਤੋ ਸਤਿਗੁਰ ਸੰਹੇਤ ਨਾਮ ਲਾਗ ਜਗ ਉਧਰਿਓ। ਹੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ, ਆਪ ਜੀ ਦਾ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਹੇਤ ਪ੍ਰੇਮ ਹੈ, ਔਰ ਨਾਮ ਨਾਲ ਜੁੜ ਕਰਕੇ ਸਾਰੇ ਸੰਸਾਰ ਦਾ ਆਪ ਜੀ ਨੇ ਉਧਾਰ ਕਰ ਦਿੱਤਾ, ਨਾਮ ਨਾਲ ਜੋੜ ਕਰਕੇ। ਅਥਵਾ ਤੋ ਤੁਹਾਡੇ ਨਾਲ ਸਤਿਗੁਰੂ ਜੀ ਜਿਨ੍ਹਾਂ ਗੁਰਸਿੱਖਾਂ ਦਾ ਹੇਤ ਪ੍ਰੇਮ ਹੈ ਨਾ, ਉਹਨਾਂ ਨੂੰ ਆਪ ਜੀ ਨੇ ਨਾਮ ਨਾਲ ਜੋੜ ਕਰਕੇ ਸੰਸਾਰ ਤੋਂ ਉਤਾਰ ਦਿੱਤਾ ਹੈ। ਜਗਤ ਉਦਾਹਰਣ ਨਾਮ ਸਤਿਗੁਰ ਤੁਠੈ ਪਾਇਓ। ਇਹ ਸੰਸਾਰ ਨੂੰ ਤਾਰਨ ਵਾਲਾ ਵਾਹਿਗੁਰੂ ਦਾ ਨਾਮ ਧੰਨ ਗੁਰੂ ਰਾਮਦਾਸ ਜੀ ਜਦੋਂ ਪ੍ਰਸੰਨ ਹੋਏ, ਆਪ ਜੀ ਨੇ ਉਸ ਵੇਲੇ ਪ੍ਰਾਪਤ ਕੀਤਾ ਹੈ। ਅਬ ਨਾਹਿ ਅਵਰ ਸਰ ਕਾਮ ਬਾਰੰਤਰ ਪੂਰੀ ਪੜੀ। ਸੋ ਵਾਹਿਗੁਰੂ ਦਾ ਨਾਮ ਸਤਿਗੁਰੂ ਜੀ ਜਦੋਂ ਆਪ ਜੀ ਪ੍ਰਸੰਨ ਹੋਏ, ਗੁਰਸਿੱਖਾਂ ਨੇ ਪ੍ਰਾਪਤ ਕੀਤਾ। ਹੁਣ ਹੋਰ ਕਿਸੇ ਨਾਲ ਕੋਈ ਗੱਲ ਨਹੀਂ ਰਹਿ ਗਈ। ਬਾਰ ਅੰਤਰ, ਬਾਹਰ ਤੇ ਅੰਦਰ ਪੂਰੀ ਪੜੀ, ਇਹ ਪੂਰੀ ਪੈ ਗਈ ਹੈ। ਬਾਹਰ ਸੰਸਾਰ ਵਿੱਚ, ਅੰਦਰ ਹਿਰਦੇ ਵਿੱਚ। ਬਾਹਰ ਸੋ ਇਥੇ ਸੰਸਾਰ ਵਿੱਚ ਅਤੇ ਅੰਦਰ। ਬਾਹਰ ਇਹ ਸੰਸਾਰ ਵਿੱਚ ਗੁਰੂ ਕੇ ਪਿਆਰਿਓ
ਅੰਦਰ ਅੰਤਸ਼ਕਰਣ ਵਿੱਚ ਇਹ ਭਗਤੀ ਰੂਪ ਪੂਰਨਤਾ ਹੋ ਗਈ, ਪ੍ਰਾਪਤੀ ਹੋ ਗਈ ਹੈ। ਆਪ ਜੀ ਦੇ ਉਪਦੇਸ਼ ਦੁਆਰਾ ਇਹ ਜੋ ਨਾਮ ਦੀ ਦਾਤ ਹੈ ਨਾ, ਉਹਦੇ ਦੁਆਰਾ ਨਾਮ, ਆਪ ਜੀ ਦੇ ਉਪਦੇਸ਼ ਦੁਆਰਾ ਨਾਮ ਦੀ ਦਾਤ ਪ੍ਰਾਪਤ ਕਰਕੇ ਪੂਰਨ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ। ਜੋਤ ਰੂਪ ਹਰਿ ਆਪੈ ਗੁਰੂ ਨਾਨਕ ਕਹਾਇਓ। ਇੱਥੋਂ ਤੱਕ 11 ਸੋਈਏ ਜੋ ਹਨ ਕੱਲ ਭੱਟ ਜੀ ਦੇ ਹਨ। ਅਗਲਾ ਇੱਕ ਸੋਈਆ ਕੱਲ ਸਹਾਰ ਜੀ ਦਾ ਆ ਰਿਹਾ ਹੈ। ਭੱਟ ਕੱਲ ਸਹਾਰ ਜੀ ਫਰਮਾ ਰਹੇ ਹਨ ਕਿ ਜੋ ਜੋਤੀ ਸਰੂਪ ਪਰਮਾਤਮਾ ਹੈ ਨਾ, ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮਹਿ ਚਾਨਣ ਹੋਏ। ਉਹ ਸਾਰਿਆਂ ਨੂੰ ਪ੍ਰਕਾਸ਼ਣ ਵਾਲੀ ਜੋ ਜੋਤ ਹੈ, ਸਾਰੇ ਜੀਵ ਜਿਸ ਜੋਤ ਦੇ ਆਸਰੇ ਸੰਸਾਰ ਵਿੱਚ ਵਿਚਰਦੇ ਆ, ਜੇ ਉਹ ਜੋਤ ਪਰਮੇਸ਼ਰ ਖਿੱਚ ਲਏ ਤਾਂ ਇਹ ਜੀਵ ਨਹੀਂ ਰਹਿੰਦਾ, ਇਹ ਮਿੱਟੀ ਦੀ ਢੇਰੀ ਬਣ ਜਾਂਦਾ ਹੈ। ਇਹ ਸਰੀਰ ਨੂੰ ਲਾਸ਼ ਕਹਿੰਦੇ, ਲਾਸ਼। ਉਹ ਜੋਤੀ ਸਰੂਪ ਜੋ ਪਰਮਾਤਮਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤਿਨਾਂ ਨੇ ਕਹਾਉਣਾ ਕੀਤਾ ਹੈ। ਤਾਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਤਾਤੇ ਤਿਸ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਪ੍ਰਗਟ ਹੋਏ। ਜਿਵੇਂ ਤੱਤਾਂ 'ਚੋਂ ਤੱਤ ਮਿਲ ਜਾਂਦੇ ਆ ਨਾ, ਸੋ ਪਾਣੀ ਦਾ ਤੱਤ ਪਾਣੀ 'ਚ ਮਿਲ ਜਾਂਦਾ, ਹਵਾ ਦਾ ਤੱਤ ਹਵਾ 'ਚ, ਅਗਨੀ ਦਾ ਤੱਤ ਅਗਨੀ ਦੇ ਚੰਗਿਆੜੇ ਵੇਖੋ ਅਗਨੀ 'ਚ ਮਿਲ ਜਾਂਦੇ ਆ। ਆ ਧੂੜ ਹਵਾ ਨਾਲ ਜੇ ਤਾਂ ਨੂੰ ਉੱਡੇ ਫੇਰ ਹੌਲੀ ਹੌਲੀ, ਜਾਂ ਕੋਈ ਠੋਡਾ ਮਾਰ ਕੇ ਉਡਾਵੇ ਤਾਂ ਫੇਰ ਹੌਲੀ ਹੌਲੀ ਧਰਤੀ 'ਤੇ ਆ ਪੈਂਦੀ ਹੈ। ਪ੍ਰਕਾਸ਼ ਦਾ ਤੱਤ ਪ੍ਰਕਾਸ਼ 'ਚ ਮਿਲ ਜਾਂਦਾ ਹੈ, ਆਕਾਸ਼ ਦਾ ਤੱਤ ਆਕਾਸ਼ ਵਿੱਚ। ਇਸ ਤਰ੍ਹਾਂ ਤੱਤ ਦੇ ਵਿੱਚ ਜਿਵੇਂ ਤੱਤ ਮਿਲ ਜਾਂਦੇ, ਇਸ ਤਰ੍ਹਾਂ ਸਤਿਗੁਰੂ ਗਰੀਬ ਨਿਵਾਜ ਜੀ ਨੇ, ਧੰਨ ਗੁਰੂ ਨਾਨਕ ਦੇਵ ਜੀ ਨੇ, ਧੰਨ ਬਾਬਾ ਲਹਿਣਾ ਜੀ ਨੂੰ ਆਪਣੇ ਅੰਗਾਂ ਨਾਲ ਮਿਲਾ ਕੇ ਸੋ ਗੁਰੂ ਅੰਗਦ ਦੇਵ ਮਹਾਰਾਜ ਬਣਾ ਦਿੱਤਾ। ਅਥਵਾ ਗੁਰੂ ਕੇ ਪਿਆਰਿਓ, ਤੁੰਗ ਪਦ ਦੇ ਲੱਖ ਅਰਥ ਨੂੰ ਜਿਹੜਾ ਨਾ ਤਤ ਪਦ ਦੇ ਲੱਖ ਅਰਥ ਦੇ ਵਿੱਚ ਮਿਲਾ ਕਰਕੇ ਏਕਤਾ ਕਰ ਦਿੱਤੀ ਹੈ। ਫਿਰ ਸ਼ੁੱਧ ਬ੍ਰਹਮ ਬਣਾ ਦਿੱਤਾ, ਆਸਪਦ ਰੂਪ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਜੋਤ ਨੂੰ ਆਪਣੀ ਜੋਤ ਵਿੱਚ ਮਿਲਾ ਕਰਕੇ ਆਪ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹਿਰਦੇ ਵਿੱਚ ਸੋ ਵਾਸਾ ਕਰਨਾ ਕੀਤਾ, ਉੱਥੇ ਆਸਣ ਲਾਉਣਾ ਕੀਤਾ। ਗੁਰੂ ਪ੍ਰੇਮੀਓ, ਸੋ ਜੋਤ ਸਾਏ, ਜੋਤ ਉਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀ ਹੈ। ਉਹੀ ਜੋਤ ਜੋਤੀ ਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ। ਉਹੀ ਜੁਗਤ ਹੈ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਤਾਰਨ ਦੀ, ਪਾਉ ਭਗਤੀ ਦ੍ਰਿੜ ਕਰਾਉਣ ਦੀ, ਨਾਮ ਦ੍ਰਿੜ ਕਰਾਉਣ ਦੀ। ਇੱਕ ਸਰੀਰ ਹੀ ਸਤਿਗੁਰੂ ਜੀ ਨੇ ਪਲਟਣਾ ਕੀਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਅੰਗਦ ਦੇਵ ਰੂਪ ਹੋ ਕਰਕੇ ਖਡੂਰ ਸਾਹਿਬ ਬੈਠ ਕੇ ਜੀਵਾਂ ਨੂੰ ਤਾਰਨ ਵਾਸਤੇ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਿਰਪਾ ਧਾਰ ਕੇ, ਕਿਰਪਾ ਕਰਕੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਗੱਦੀ ਦੇ ਸਿੰਘਾਸਣ ਦੇ ਉੱਪਰ ਥਿਰ ਕੀਓ, ਸਥਿਤ ਕਰ ਦਿੱਤਾ। ਔਰ ਸ੍ਰੀ ਖਡੂਰ ਸਾਹਿਬ ਜੀ ਤੋਂ ਸਤਿਗੁਰੂ ਮਹਾਰਾਜ ਜੀ ਗੋਇੰਦਵਾਲ ਸਾਹਿਬ ਵਿਖੇ
ਇਹ ਜੋਤ ਦਾ ਪ੍ਰਕਾਸ਼ ਕਰਨ ਲੱਗ ਪਏ। ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦਿਓ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੰਮ੍ਰਿਤ ਛਤਰ ਪਾਠ ਅੰਮ੍ਰਿਤ ਹੀ ਕਰ ਦੇਣਾ। ਸੋ ਮਿਰਤੂ ਤੋਂ ਰਹਿਤ ਇਹ ਜਿਹੜਾ ਨਾ ਅੰਮ੍ਰਿਤ ਛਤਰ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਨਾਮ ਦਾ ਜੋ ਇਹ ਛਤਰ ਹੈ ਨਾ, ਨਾਮ ਦਾ ਚੰਦੋਆ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਇਹ ਬਖਸ਼ਿਸ਼ ਕਰ ਦਿੱਤਾ। ਸੋ ਗੁਰਗੱਦੀ ਦਾ ਸਿੰਘਾਸਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਧੰਨ ਗੁਰੂ ਰਾਮਦਾਸ ਜੀ ਨੂੰ ਬਖਸ਼ਿਸ਼ ਕੀਤਾ ਹੈ। ਗੁਰ ਰਾਮਦਾਸ ਦਰਸ਼ਨ ਪਰਸੈ ਕਹਿ ਮਥੁਰਾ ਅੰਮ੍ਰਿਤ ਬਾਇਣ। ਔਰ ਜਿਸ ਗੁਰੂ ਰਾਮਦਾਸ ਜੀ ਦੇ ਦਰਸ਼ਨ ਦੀਦਾਰ ਪਰਸਨ ਕਰਕੇ ਜੀਵਨ ਸਫਲ ਹੋ ਜਾਂਦਾ ਹੈ। ਭੱਟ ਮਥੁਰਾ ਜੀ ਹੁਣ ਕਥਨ ਕਰਦੇ ਹਨ, ਇੱਥੇ ਇਹ ਭੱਟ ਮਥੁਰਾ ਜੀ ਦਾ ਗੁਰੂ ਕੇ ਪਿਆਰਿਓ ਇਹ ਸੋਈਆ ਆਇਆ ਹੈ ਕਿ ਸਤਿਗੁਰੂ ਜੀ ਦੇ ਅੰਮ੍ਰਿਤ ਸਰੀਖੇ ਜਿਹੜੇ ਬੈਣ ਹਨ ਨਾ, ਬਚਨ ਬੜੇ ਹੀ ਮਿੱਠੇ ਹਨ। ਇਹ ਬੈਣ ਅੱਖਰ ਬੱਬੇ ਨਾਲ ਆਇਆ ਹੈ। ਸੋ ਇਹੀ ਬੱਬਾ ਹੀ ਸ਼ੁੱਧ ਜਾਣਨਾ, ਇਹੀ ਪਾਠ ਸ਼ੁੱਧ ਜਾਣਨਾ ਹੈ। ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜੁਨ ਪਿੱਖੋ ਨੈਣ। ਸੋ ਭੱਟ ਮਥੁਰਾ ਜੀ ਕਥਨ ਕਰ ਰਹੇ ਹਨ ਕਿ ਜਿਵੇਂ ਚਾਰ ਸਰੂਪ ਜੋ ਪਹਿਲਾਂ ਕਥਨ ਕੀਤੇ ਆ, ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਪ੍ਰਮਾਣ ਅਨੇਕ ਹਨ। ਇਸੇ ਤਰ੍ਹਾਂ ਪੰਜਵੇਂ ਸਰੂਪ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ। ਸੋ ਇਹ ਪੁਰਖੋ, ਇਹ ਪਿਆਰਿਓ, ਇਹ ਗੁਰਸਿੱਖੋ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਵੀ ਸਤਿਗੁਰੂ ਨਾਨਕ ਦੇਵ ਜੀ ਦੇ ਦਰਸ਼ ਹਨ, ਉਹੀ ਰੂਪ ਹਨ। ਆਪਣੀਆਂ ਅੱਖਾਂ ਦੇ ਨਾਲ, ਆਪਣੇ ਦੀਦਿਆਂ ਦੇ ਨਾਲ ਸਤਿਗੁਰੂ ਜੀ ਦੇ ਦੀਦਾਰ ਕਰਕੇ ਇਹਨਾਂ ਨੂੰ ਸਫਲ ਕਰ ਲੈਣਾ ਕਰੋ। ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਔਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀ ਸਤ ਸਰੂਪ ਹੋ, ਸੱਚੇ ਸਰੂਪ ਹੋ, ਔਰ ਸਤ ਨਾਮ, ਸਤ ਦੀ ਪ੍ਰਾਪਤੀ ਕਰਾਉਣ ਵਾਲੇ ਹੋ, ਨਾਮ ਅੰਮ੍ਰਿਤ ਦੀ ਦਾਤ ਬਖਸ਼ਣ ਵਾਲੇ ਹੋ। ਆਪ ਜੀ ਦਾ ਨਾਮ ਸੱਚਾ ਹੈ ਜੋ ਬਖਸ਼ਿਆ ਗੁਰਸਿੱਖਾਂ ਨੂੰ ਆਪ ਜੀ ਨੇ। ਸਤ ਸੰਤੋਖ ਧਰਿਓ ਔਰ। ਆਪ ਜੀ ਤਾਂ ਸਤ ਸੰਤੋਖ ਦੇ ਰੁੱਖ ਹੋ, ਗੁਰ ਸੰਤੋਖ, ਸੋ ਗੁਰ ਸੰਤੋਖ ਰੁੱਖ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤਾਂ ਸੰਤੋਖ ਦਾ ਸਰੋਵਰ ਹਨ। ਸਤਿਗੁਰੂ ਜੀ ਸੰਤੋਖ ਰੂਪੀ ਬਿਰਛ ਹਨ, ਜਿਨ੍ਹਾਂ ਨੂੰ ਸ਼ਾਂਤੀ ਦੀ ਛਾਂ ਜਿਨ੍ਹਾਂ ਦੇ ਪਾਸ ਹੈ। ਜਿਹੜੇ ਵੀ ਜਗਿਆਸੂ ਗੁਰਸਿੱਖ ਸਤਿਗੁਰਾਂ ਦੇ ਹਜ਼ੂਰ, ਸਤਿਗੁਰਾਂ ਦੀ ਸ਼ਰਨ ਆਉਂਦੇ, ਉਹ ਸ਼ਾਂਤੀ ਮਾਰਣਾ ਕਰਦੇ ਆ। ਅਤੇ ਸਤ ਸੰਤੋਖ ਨਾਮ ਆਦਿਕ ਦੇ ਸੰਯੁਕਤ ਜਿਨ੍ਹਾਂ ਨੇ ਹਿਰਦੇ ਵਿੱਚ ਇਸ ਨੂੰ ਧਾਰਨਾ ਕੀਤਾ ਹੈ। ਆਦ ਪੁਰਖ ਪਰਤਖ ਲਿਖਿਓ ਅਛਰ ਮਸਤਕ ਧੁਰ। ਗੁਰੂ ਕੇ ਪ੍ਰੇਮਿਓ, ਆਦ ਪੁਰਖ ਜੋ ਆਦਿ ਪੁਰਖ ਪਰਮੇਸ਼ਰ ਹੈ ਨਾ, ਪ੍ਰਤੱਖ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਉਹਦਾ ਪ੍ਰਤੱਖੀ ਰੂਪ ਹਨ। ਪੁਰਖ ਪੂਰਨ ਹਨ ਤੇ ਪ੍ਰਤੱਖ ਜ਼ਾਹਰ ਹਨ।
ਲਿਖਿਓ ਅਸ਼ਰ ਮਸਤਕ ਤੁਰ। ਪਰਮੇਸ਼ਰ ਨੇ ਆਪਣੇ ਹੁਕਮ ਰੂਪੀ ਹੱਥਾਂ ਦੇ ਨਾਲ ਆਪ ਜੀ ਦੇ ਮੱਥੇ ਦੇ ਉੱਪਰ ਆਦੋਂ ਇਹਨਾਂ ਗੁਣਾਂ ਦੇ ਸੰਯੁਕਤ ਹੋਣ ਦਾ ਇਹ ਜੋ ਅਥਵਾ ਗੁਰਗੱਦੀ ਦੇ ਬਿਰਾਜਮਾਨ ਹੋਣ ਦਾ ਇਹ ਅੱਖਰ ਹੈ ਨਾ, ਲੇਖ ਲਿਖਿਆ ਹੈ। ਸਾਨੂੰ ਗੁਰੂ ਅਰਜਨ ਦੇਵ ਜੀ ਆਪ ਜੀ ਪ੍ਰਤੱਖ ਉਸ ਅਨਾਦਿ ਪਰਮੇਸ਼ਰ ਦਾ ਸਰੂਪ ਹੋ ਤੇ ਧੁਰੋਂ ਹੀ ਆਪ ਜੀ ਨੇ, ਜਿਸ ਨੇ ਧੁਰੋਂ ਹੀ ਸਭ ਜੀਵਾਂ ਦੇ ਸਿਰ ਉੱਤੇ ਪ੍ਰਾਲਬਧ ਰੂਪ ਅੱਖਰ ਲਿਖੇ ਹਨ। ਕਰਿਓ ਲੋਹ ਕਰਮੰ ਲਿਖਿਓ ਲੇਖ ਮਾਥੇ। ਜੋ ਅਗੰਮੀ ਕਲਮ ਦੇ ਨਾਲ ਸਾਰੇ ਜੀਵਾਂ ਦੇ ਮੱਥੇ ਤੇ ਲੇਖ ਲਿਖੇ ਆ ਨਾ, ਹੱਥ ਕਲਮ ਅਗੰਮ ਮਸਤਕ ਲੇਖਾਵਤੀ। ਜੋ ਅਗੰਮੀ ਕਲਮ ਹੱਥ ਵਿੱਚ ਪਕੜ ਕੇ ਸਾਰਿਆਂ ਦੇ ਮੱਥੇ ਤੇ ਆਪ ਜੀ ਲੇਖ ਲਿਖਦੇ ਹੋ, ਸੋ ਇਸ ਪ੍ਰਕਾਰ ਪ੍ਰਲਬਧ ਦਾ ਲੇਖ ਲਿਖਣ ਵਾਲੇ ਹੋ ਆਪ ਜੀ। ਪ੍ਰਗਟ ਜੋਤ ਜਗਮਗੈ ਤੇਜ ਭੂ ਮੰਡਲ ਛਾਇਓ। ਆਪ ਜੀ ਪ੍ਰਤਾਖੀ ਪਰਮੇਸ਼ਰ ਦੀ ਜੋਤ ਪ੍ਰਕਾਸ਼ ਰਹੇ ਹੋ। ਆਪ ਜੀ ਦਾ ਤੇਜ ਭੂ ਮੰਡਲ, ਇਹ ਸੰਸਾਰ ਮੰਡਲ ਵਿੱਚ ਧਰਤੀ ਮੰਡਲ ਤੇ ਸਾਰੇ ਹੀ ਛਾਇਆ ਹੋਇਆ ਹੈ। ਜਿੱਥੇ ਕਿਤੇ ਵੀ ਆਪ ਜੀ ਦੀ ਸ਼ੋਭਾ ਹੋ ਰਹੀ ਹੈ, ਜੈ ਜੈਕਾਰ ਹੋ ਰਹੀ ਹੈ। ਪਰਸੋ ਪਰਸੈ ਪਰਸੋ ਪਰਸੈ ਗੁਰ ਗੁਰੂ ਕਹਾਇਓ। ਪਾਰ ਸਰੂਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪਰਸ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਪਾਰ ਸਰੂਪ ਹੋ ਗਏ। ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਪਰਸ ਕੇ ਸਤਿਗੁਰੂ ਅਮਰਦਾਸ ਜੀ, ਸਤਿਗੁਰੂ ਅਮਰਦਾਸ ਮਹਾਰਾਜ ਜੀ ਨੂੰ ਪਰਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ। ਇਸ ਪ੍ਰਕਾਰ ਗੁਰ ਗੁਰੂ ਕਹਾਇਓ। ਗੁਰੂ ਕੇ ਪ੍ਰੇਮੀਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੋ ਸਤਿਗੁਰਾਂ ਨੂੰ ਪਰਸ ਕਰਕੇ ਤੁਸੀਂ ਗੁਰੂਆਂ ਦੇ ਗੁਰੂ ਕਹਾਇਆ, ਕਿਉਂਕਿ ਸਤਿਗੁਰ ਨਾਨਕ ਦਿਓ ਗੁਰਾਂ ਗੁਰ ਹੋਇਆ। ਭਾਈ ਗੁਰਦਾਸ ਸਾਹਿਬ ਜੀ ਨੇ ਵਚਨ ਲਿਖਿਆ ਨਾ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਸਾਰੇ ਜਿੰਨੇ ਸੰਸਾਰ 'ਚ ਗੁਰੂ ਘੁੰਮਦੇ ਸੀ, ਉਹਨਾਂ ਸਾਰਿਆਂ ਦੇ ਗੁਰੂ ਹੋਏ। ਜੋਗੀਆਂ ਦਾ ਗੁਰੂ ਗੋਰਖਨਾਥ, ਗੋਰਖਨਾਥ ਦਾ ਗੁਰੂ ਮਛਿੰਦਰਨਾਥ, ਮਛਿੰਦਰਨਾਥ ਜਦੋਂ ਸਤਿਗੁਰੂ ਜੋ ਗੁਰੂ ਕੇ ਪਿਆਰਿਓ ਅਮਰੂ ਰਾਜੇ ਦੀ ਮੁਰਦਾ ਦੇਹ ਦੇ ਵਿੱਚ ਜਾ ਕੇ ਪ੍ਰਵੇਸ਼ ਹੋਇਆ ਸੀ ਰਾਣੀਆਂ ਦੇ ਵਿਸ਼ੇ ਭੋਗਣ, ਰਸ ਭੋਗਣ ਵਾਸਤੇ। ਇਹ ਗੋਰਖਨਾਥ ਆਪਣੇ ਗੁਰੂ ਨੂੰ ਸਤਿਗੁਰਾਂ ਦੇ ਪਾਸ ਲੈ ਕੇ ਆਇਆ। ਮਛਿੰਦਰਨਾਥ ਨੂੰ ਕਿ ਸਤਿਗੁਰੂ ਜੀ ਇਹ ਮੇਰਾ ਗੁਰੂ ਆ, ਮੇਰੇ ਤੇ ਨਿਆਖੇ ਨਹੀਂ ਲੱਗਣਾ, ਆਪ ਜੀ ਨੂੰ ਉਪਦੇਸ਼ ਦਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਵੇਲੇ ਪਾਵਨ ਬਾਣੀ ਦੇ ਵਿੱਚ ਇਹ ਵਚਨ ਉਚਾਰੇ ਸਨ। ਸੁਣ ਮਾਛਿੰਦਰਾ ਨਾਨਕ ਬੋਲੇ, ਵਾਸੁਗਤ ਪੰਚ ਕਰੇ ਨਹਿ ਡੋਲੇ। ਇਹ ਪਾਵਨ ਸ਼ਬਦ ਸਾਰਾ ਉਚਾਰ ਕੇ ਸਤਿਗੁਰੂ ਨਾਨਕ ਦੇਵ ਜੀ ਨੇ ਮਛਿੰਦਰਨਾਥ ਨੂੰ ਉਪਦੇਸ਼ ਦਿੱਤਾ ਸੀ। ਇਸ ਦਾ ਜੋ ਦੁਨੀਆ ਦੇ ਗੁਰੂ ਬਣੇ ਆ, ਜੋਗੀ ਜੋਗੀਆਂ ਦਾ ਗੁਰੂ ਗੋਰਖਨਾਥ, ਗੋਰਖਨਾਥ ਦਾ ਗੁਰੂ ਮਛਿੰਦਰ, ਮਛਿੰਦਰ ਦੇ ਵੀ ਸਤਿਗੁਰੂ ਗਰੀਬ ਨਵਾਜ ਜੀ ਗੁਰੂ ਹੋਏ। ਸੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪਰਸ ਕਰਕੇ ਸਤਿਗੁਰੂ ਰਾਮਦਾਸ ਜੀ ਨੂੰ ਪਰਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀਓ ਆਪ ਜੀ ਨੇ ਗੁਰੂਆਂ ਦੇ ਗੁਰੂ ਕਹਾਇਆ। ਕਨ ਮਥੁਰਾ ਮੂਰਤ ਸਦਾ ਥਿਰ, ਲਾਏ ਚਿਤ ਸਨਮੁਖ ਰਹੋ। ਸੋ ਭੱਟ ਮਥੁਰਾ ਜੀ ਕਥਨ ਕਰਦੇ ਹਨ ਕਿ ਜੋ ਸਦਾ ਥਿਰ ਰਹਿਣ ਵਾਲੀ ਮੂਰਤ ਪਰਮੇਸ਼ਰ ਹੈ ਨਾ, ਉਹਦਾ ਹੀ ਸਰੂਪ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਹਨ। ਸੋ ਸਦਾ ਚਿੱਤ ਲਾ ਕੇ ਰੱਖੋ ਭਾਈ ਗੁਰੂ ਪਿਆਰਿਓ।
ਸੋ ਸਤਿਗੁਰੂ ਗਰੀਬ ਨਿਵਾਸ ਜੀ ਦੇ ਚਰਨਾਂ 'ਚ ਚਿੱਤ ਬਿਰਤੀ ਨੂੰ ਲਾ ਕੇ ਸਦਾ ਲਈ ਸਥਿਤ ਕਰਕੇ ਰੱਖੋ, ਅਥਵਾ ਗੁਰਾਂ ਦੇ ਸਾਹਮਣੇ ਸਨਮੁਖ ਰਹਿਣਾ ਕਰੋ, ਸਨਮੁਖ ਚਿੱਤ ਰਹੋ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜੋ ਮੂਰਤੀ ਸਰੂਪ ਹੈ ਨਾ, ਉਹਨੂੰ ਸਦਾ ਸਾਹਮਣੇ ਸਮਝੋ। ਗੁਰੂ ਕੇ ਪਿਆਰਿਓ, ਮਹਾਂਪੁਰਖ ਬਚਨ ਕਰਿਆ ਕਰਦੇ ਗੁਰਮੁਖ ਪਿਆਰੇ, ਕਿ ਇਹ ਜਿਹੜਾ ਮਨ ਹੈ ਨਾ ਆਪਣਾ, ਇਹ ਸਦਾ ਨਿਵਾਣ ਨੂੰ ਭੱਜਦਾ ਹੈ, ਔਗੁਣਾਂ ਨੂੰ ਚਿਤਵਦਾ ਹੈ, ਵਿਸ਼ੇ ਵਿਕਾਰਾਂ ਵੱਲ ਨੂੰ ਦੌੜਦਾ ਹੈ। ਜਿਵੇਂ ਕੁੱਤਾ ਹੁੰਦਾ ਨਾ, ਕੁੱਤਾ ਉਹਦਾ ਸੁਭਾਅ ਹੁੰਦਾ ਹੈ, ਉਹਨੂੰ ਭਾਵੇਂ ਚੋਆ ਚੰਦਨ ਲਾ ਕੇ ਰੱਖੋ, ਪਰ ਜਿਸ ਵੇਲੇ ਉਹ ਕੁੱਤੀ ਨੂੰ ਵੇਖਦਾ ਹੈ ਤੇ ਉਧਰ ਨੂੰ ਭੱਜਦਾ ਹੈ। ਕਰੰਗ ਨੂੰ ਵੇਖਦਾ ਹੈ, ਕਰੰਗ ਵਿੱਚ ਮੂੰਹ ਪਾਉਣ ਨੂੰ ਕਰਦਾ ਹੈ ਕਿ ਮੈਂ ਖਾ ਲਵਾਂ। ਇਸ ਤਰ੍ਹਾਂ ਦਾ ਇਹ ਮਨ ਹੈ, ਭੈੜਾ ਮਨ। ਪਰ ਇਹ ਮਨ ਨੂੰ ਸਮਝਾਉਣਾ ਹੈ, ਇਹ ਜੋ ਮਾੜੇ ਕੰਮਾਂ ਵਿੱਚ ਲੱਗਾ ਮਨ, ਜਿਹੜਾ 36 ਪ੍ਰਕਾਰ ਦੇ ਭੋਜਨਾਂ ਨੂੰ ਛੱਡ ਕੇ, ਦੁੱਧ ਘਿਓ ਖੁਰਾਕਾਂ ਨੂੰ ਛੱਡ ਕੇ ਇਹ ਨਸ਼ਿਆਂ ਵੱਲ ਲੱਗਦਾ ਹੈ। ਇਸ ਮਨ ਨੂੰ ਸਮਝਾਉਣ ਵਾਸਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਦਾ ਜੋ ਪਾਵਨ ਸਰੂਪ ਹੈ ਨਾ, ਉਹਦਾ ਧਿਆਨ ਧਰ ਲਓ। ਜਾਣੋ ਕਿ ਧੰਨ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਸਾਡੇ ਭਲੇ ਵਾਸਤੇ, ਧਰਮ ਦੀ ਰੱਖਿਆ ਵਾਸਤੇ, ਪਾਵਨ ਬਾਣੀ ਦੀ ਰੱਖਿਆ ਵਾਸਤੇ, ਪਾਵਨ ਬਾਣੀ ਦੀ ਗੁਰੂ ਕੇ ਪਿਆਰਿਓ ਸ਼ੁੱਧਤਾ ਨੂੰ ਰੱਖਣ ਵਾਸਤੇ, ਕਿ ਬਾਣੀ ਸਤਿਗੁਰਾਂ ਦੀ ਅੰਮ੍ਰਿਤ ਬਾਣੀ, ਇਹਦੇ ਚ ਰਲਾ ਨਹੀਂ ਹੋ ਸਕਦਾ। ਤਤੀ ਤਵੀ ਤੇ ਬੈਠ ਗਏ। ਸੋ ਸੀਸ ਦੇ ਉੱਪਰ ਤੱਤਾ ਰੇਤਾ ਪਵਾ ਲਿਆ, ਉਬਲਦੀ ਦੇਗਾ ਵਿੱਚ ਸਤਿਗੁਰੂ ਜੀ ਬੈਠੇ ਹਨ। ਇਸ ਤਰ੍ਹਾਂ ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਿ ਸਾਹਮਣੇ ਸਤਿਗੁਰੂ ਜੀ ਤਤੀ ਤਵੀ ਤੇ ਬੈਠੇ ਆ, ਧਿਆਨ ਧਰੀਏ ਤਾਂ ਇਹ ਮਨ ਜਿਹੜਾ ਭੈੜਾ ਮਨ ਹੈ, ਇਹ ਵੀ ਗੁਰੂ ਕੇ ਪਿਆਰਿਓ, ਇਹ ਮਾੜੀ ਚਿਤਵਨ ਤੋਂ ਹਟ ਜਾਏਗਾ। ਇਸ ਤਰ੍ਹਾਂ ਭੱਟ ਮਥੁਰਾ ਜੀ ਕਥਨ ਕਰਦੇ ਹਨ, ਗੁਰੂ ਪ੍ਰੇਮੀਓ, ਸਤਿਗੁਰੂ ਅਰਜਨ ਦੇਵ ਜੀ ਦਾ ਸਰੂਪ ਜੋ ਹੈ ਨਾ, ਉਹਦੇ ਨਾਲ ਚਿੱਤ ਲਾ ਕੇ ਸਦਾ ਸਨਮੁਖ ਰਹਿਣਾ ਕਰੋ। ਕਲ ਜੁਗ ਜਹਾਜ ਅਰਜਨ ਗੁਰੂ, ਸਗਲ ਸ੍ਰਿਸ਼ਟ ਲਗ ਬੇਤਰ ਹੋ। ਸੋ ਕਲ ਯੁਗ ਨੂੰ ਤਾਰਨ ਵਾਸਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਜਹਾਜ਼ ਦੀ ਨਿਆਈ ਹਨ। ਸਾਰੀ ਸ੍ਰਿਸ਼ਟੀ ਜਿਹੜੀ ਆ ਲੱਗ ਕਰਕੇ ਸਤਿਗੁਰੂ ਜੀ ਦੇ ਚਰਨਾਂ ਨਾਲ ਤਰ ਜੋ ਭਾਈ, ਵਿਸ਼ੇਸ਼ ਕਰਕੇ ਸੰਸਾਰ ਸਮੁੰਦਰ ਤੋਂ। ਵੇਖੋ ਜਹਾਜ਼ ਬਣੇ ਆ, ਬੜੇ ਵੱਡੇ ਵੱਡੇ ਬਣਾਏ ਆ, ਪਰ ਸਾਰਿਆਂ ਦੀ ਕੋਈ ਸਮਰੱਥਾ ਹੈ। ਕੋਈ 5-7 ਸੀਟਾਂ ਵਾਲਾ ਵੀ ਬਣਾਇਆ ਹਵਾਈ ਜਹਾਜ਼, ਕੋਈ ਇਸੇ ਤਰ੍ਹਾਂ। ਸੋ ਕੋਈ 100, 500, 700, 1000 ਆਪੋ ਆਪਣੀ ਸਮਰੱਥਾ ਰੱਖਦੇ ਨੇ ਕਿ ਇੰਨੀਆਂ ਸਵਾਰੀਆਂ ਲਿਜਾ ਸਕਦਾ, ਇੰਨੇ ਟਨ ਭਾਰ ਚੁੱਕ ਸਕਦਾ। ਸਮੁੰਦਰੀ ਜਹਾਜ਼ ਵੱਡੇ ਵੱਡੇ ਬਣਾਏ ਆ, ਇੱਕ ਇੱਕ ਪਿੰਡ ਹੀ ਪੂਰਾ ਉੱਤੇ ਲੱਦ ਕੇ ਲਿਜਾ ਸਕਦੇ ਆ, ਪਰ ਉਹਨਾਂ ਦੀ ਸਮਰੱਥਾ ਹੈ ਕਿ ਇੰਨੇ ਕੁ ਜੀਵ, ਇੰਨੀ ਕੁ ਟਨ ਵਜਨ ਜਿਹੜਾ ਚੁੱਕ ਸਕਦੇ ਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਹੋ ਜਿਹੇ ਜਹਾਜ਼ ਹਨ। ਸਾਰੀ ਸ੍ਰਿਸ਼ਟੀ ਸਤਿਗੁਰੂ ਜੀ ਦੇ ਪਹਾੜਾਂ ਮੰਨਣ ਰੂਪ ਬੇੜੇ ਤੇ ਚੜ੍ਹ ਜਾਏ, ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਜਾਏ ਤੇ ਸਾਰਿਆਂ ਨੂੰ ਤਾਰਨ ਨੂੰ ਸਤਿਗੁਰੂ ਜੀ ਸਮਰੱਥ ਹਨ। ਇਹ ਪਾਵਨ ਉਪਦੇਸ਼ ਗਰੀਬ ਨਿਵਾਸ ਜੀ ਨੇ ਭੱਟ ਰਸਨਾ ਤੋਂ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਦਾ ਜਸ ਕਰਦਿਆਂ ਇਹ ਪਾਵਨ ਅੰਮ੍ਰਿਤ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸੰਵਤ ਬਖਸ਼ਣੀ,
आओ प्यारियो दो पंक्तियां पढ़ करके फतेह बुलाइए। वन मथुरा मूर्त सदा थिर, लाए चित सन्मुख रहो, कल जुग जहाज अर्जन गुरु, सगल सृष्ट लाग बेतर हो। वाहिगुरु जी का खालसा, वाहिगुरु जी की फतेह।